कहा बुद्ध प्रभ तुष हमारी, बार ना सकै महिमा जो तुहारी। हम ना कर सकत सिफत तुम्हारी, आप लिहो कथा सुधारी। बेसमार अथाह अगांत अतुलै, ज्यों बुलावह त्यों नानक दास बोलै। हाँ जी पढ़ दे। ज्ञान खंड मह ज्ञान प्रचंड, कथा नाद विनोद कोल आनंद। सर्व खंड की बाणी रूप, तिथै घाड़त घड़ियै बहुत अनूप। ताकिया गल्ला कथिया ना जाहे, जे को कहे पिछै पछुताए। तिथै घड़ियै सुरत मत मन बुध, तिथै घड़ियै सुरा सिद्धा की सुध। ज्ञान खंड मह ज्ञान प्रचंड। वाहिगुरु जी का खालसा, वाहिगुरु जी की फतेह। ਧੰਨ ਧੰਨ ਸਾਹਿਬ ਸੱਚੇ ਪਾਤਸ਼ਾਹ ਸ਼ਬਦ ਤੱਕ ਦੇ ਮਾਲਕ, ਗਰੀਨ ਆਵਾਜ਼ ਪਤਿਤ ਪਾਵਨ ਪ੍ਰਤੱਖ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਸਦਕਾ ਮਹਾਰਾਜ ਜੀ ਨੇ ਕਈ ਰੋਜ਼ ਤੋਂ ਜੋ ਗੁਰਮਤਿ ਸਮਾਗਮ ਮਹਾਂਪੁਰਖਾਂ ਦੇ ਵੱਲੋਂ ਪਿੰਡ ਦੇ ਪ੍ਰਬੰਧਕ ਜਾਨਾਂ ਦੇ ਸੰਯੋਗ ਦੇ ਨਾਲ ਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਜਿਸ ਦੇ ਅੰਦਰ ਗੁਰ ਇਤਿਹਾਸ ਦੀ ਕਥਾ ਵਿਚਾਰ ਸ੍ਰੀ ਜਪਜੀ ਸਾਹਿਬ ਜੀ ਦੀ ਪਾਠ ਬੋਧ ਤੇ ਅਰਥ ਬੋਧ ਵੀ ਵਿਚਾਰ ਬੜੇ ਪ੍ਰੇਮ ਦੇ ਸਤਿਕਾਰ ਦੇ ਨਾਲ ਹਰ ਰੋਜ਼ ਸਰਵਣ ਕਰਦੇ ਸੀ। ਕੱਲ੍ਹ ਦੇ ਸਮੇਂ ਦੇ ਅੰਦਰ ਅੰਮ੍ਰਿਤ ਉਚਾਰ ਹੋਇਆ ਹੈ ਤੇ ਸਾਧ ਸੰਗੀ ਅੰਮ੍ਰਿਤ ਅਭਿਲਾਖੀਆਂ ਨੇ ਅੰਮ੍ਰਿਤ ਦੀ ਦਾਤ ਲੈ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਕੀਤਾ। ਗੁਰੂ ਦੇ ਚਰਨਾਂ ਦੇ ਨਾਲ ਜੁੜੇ ਸੱਚੇ ਪਾਤਸ਼ਾਹ ਦੱਸਦੇ ਨੇ, ਜਦੋਂ ਗੁਰਸਿੱਖ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਜੁੜਦਾ ਹੈ ਤੇ ਜੁੜ ਕਰਕੇ ਉਹਨੂੰ ਕੈਸੀਆਂ ਅਵਸਥਾ ਪ੍ਰਾਪਤ ਹੁੰਦੀਆਂ ਨੇ। ਜਦੋਂ ਜਪਜੀ ਸਾਹਿਬ ਜੀ ਦੇ ਅੰਦਰ ਬ੍ਰਹਮ ਗਿਆਨ ਦੀ ਅਵਸਥਾ ਦਾ ਜ਼ਿਕਰ ਮਹਾਰਾਜ ਜੀ ਨੇ ਦੱਸਿਆ ਹੈ ਤੇ ਜਪਜੀ ਸਾਹਿਬ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਥਮ ਬਾਣੀ ਹੈ। ਇਸ ਬਾਣੀ ਦੇ ਅੰਦਰ ਬੇਅੰਤ ਕਰਕੇ ਮਹਾਰਾਜ ਜੀ ਨੇ ਸਾਨੂੰ ਸਮਝਾਉਣਾ ਕੀਤਾ ਹੈ ਤੇ ਮਹਾਰਾਜ ਜੀ ਨੇ ਸਾਨੂੰ ਸਰਵਣ ਦੀਆਂ ਮੰਨਣ ਦੀਆਂ ਨਿਧਾਸਣ ਵਾਸਤੇ ਫਿਰ ਮਹਾਰਾਜ ਜੀ ਨੇ ਬੇਅੰਤ ਕਰਕੇ ਸ੍ਰਿਸ਼ਟੀ ਦੀ ਰਚਨਾ ਵੀ ਦੱਸੀ ਹੈ ਤੇ ਮਹਾਰਾਜ ਜੀ ਨੇ ਉਹ ਸੱਚਖੰਡ ਦੇ ਦਰ ਦੀ ਵੀ ਸ਼ੋਭਾ ਕੀਤੀ ਹੈ। ਫਿਰ ਮਹਾਰਾਜ ਜੀ ਨੇ ਯੋਗ ਜਿਹੜਾ ਅਭਿਆਸ ਹੈ ਯੋਗਾ ਦੇ ਨਾਲ ਮਹਾਰਾਜ ਨੇ ਕਿਹਾ ਵੀ ਸਰੀਰ ਦੇ ਉੱਪਰੋਂ ਯੋਗ ਧਾਰਨ ਕਰ ਲੈਣਾ। ਇਹ ਜਿਹੜੀ ਅਵਸਥਾ ਹੈ ਕੰਨ ਪੜਾ ਕਰਕੇ ਆਦਿਕ ਵਿਭੂਤੀ ਆਦਿਕ ਲਾ ਕਰਕੇ
ਮਹਾਰਾਜ ਨੇ ਦੱਸਿਆ ਵੀ ਅਸਲੀ ਯੋਗ ਕਿਹੜਾ ਹੈ। ਉਹ ਦੇਵੀ ਗੁਣਾਂ ਦਾ ਮਹਾਰਾਜ ਜੀ ਨੇ ਜਦੋਂ ਉਹ ਯੋਗ ਦੀ ਮਹਾਰਾਜ ਨੇ ਦੱਸਣਾ ਕੀਤਾ ਹੈ ਵੀ ਯੋਗ ਜਿਹੜਾ ਹੈ ਨਾ, ਸ਼ੁਭ ਗੁਣਾਂ ਨੂੰ ਧਾਰਨ ਕਰ ਲੈਣਾ, ਤੇ ਇਹੀ ਯੋਗ ਹੈ। ਫਿਰ ਮਹਾਰਾਜ ਜੀ ਨੇ ਤੇ ਮਹਾਰਾਜ ਫਿਰ 5 ਖੰਡਾਂ ਦੀ ਵਿਚਾਰ ਜੋ ਆਪ ਜੀ ਸਰਵਣ ਕਰ ਰਹੇ ਹੋ, ਇਹਨਾਂ 5 ਖੰਡਾਂ ਦੇ ਵਿੱਚੋਂ ਧਰਮ ਖੰਡ ਹੈ, ਗਿਆਨ ਖੰਡ ਹੈ, ਸਰਮ ਖੰਡ ਹੈ, ਕਰਮ ਖੰਡ ਹੈ, ਫਿਰ ਸੱਚ ਖੰਡ ਹੈ। ਮਹਾਰਾਜ ਜੀ ਹੁਣ ਗਿਆਨ ਖੰਡ ਦੇ ਵਿੱਚ ਦੱਸ ਕਰਕੇ ਜਿਹੜੀ ਅਵਸਥਾ ਦਾ ਜ਼ਿਕਰ ਮਹਾਰਾਜ ਜੀ ਕਰਦੇ ਨੇ, ਕਿਉਂਕਿ ਹਰੇਕ ਮਤ ਦੇ ਵਿੱਚ ਆਪਣੇ ਆਪਣੇ ਅਨੁਸਾਰ, ਪਰ ਗੁਰਸਿੱਖਾਂ ਨੂੰ ਮਹਾਰਾਜ ਨੇ ਗੁਰਸਿੱਖੀ ਦੇ ਵਿੱਚ ਜਦੋਂ ਅੰਮ੍ਰਿਤ ਛਕ ਕਰਕੇ ਗੁਰੂ ਦਾ ਸਿੱਖ ਤਿਆਰ ਪਤਿਆਰ ਹੋ ਕਰਕੇ ਗੁਰੂ ਦੇ ਚਰਨਾਂ ਨਾਲ ਜੁੜਦਾ ਹੈ ਨਾ, ਫਿਰ ਉਹ ਅਭਿਆਸ ਕਰਦਾ ਹੈ, ਸਿਮਰਨ ਕਰਦਾ ਹੈ, ਭਜਨ ਕਰਦਾ ਹੈ। ਜਦੋਂ ਮਨ ਨਿਧਾਸਨ ਕਰਕੇ ਉਹਨੂੰ ਕਿਹੜੀਆਂ ਅਵਸਥਾਵਾਂ ਨੇ ਪ੍ਰਾਪਤ ਹੁੰਦੀਆਂ, ਗੁਰਸਿੱਖ ਦੀਆਂ ਅਵਸਥਾਵਾਂ ਕਿਹੜੀਆਂ ਨੇ, ਤੇ ਸਾਧ ਸੰਗਤ ਜੀ ਉਹ ਮਹਾਰਾਜ ਜੀ ਦੱਸਦੇ ਨੇ। ਜਿਹੜੀ ਸੱਚਖੰਡ ਦੀ ਅਵਸਥਾ ਵੀ ਦੱਸਦੇ ਨੇ ਵੀ ਕਿਹੜੀਆਂ ਗੁਰਸਿੱਖ ਦੀਆਂ ਅਵਸਥਾਵਾਂ ਨੇ, ਉਹ ਜ਼ਿਕਰ ਮਹਾਰਾਜ ਦੱਸਦੇ ਨੇ। ਤੇ ਸਾਧ ਸੰਗਤ ਜੀ ਆਪਾਂ ਸਮੇਂ ਦੇ ਵਿੱਚ ਦਾਇਰੇ ਰਹਿ ਕੇ ਹੀ ਅੱਜ ਸਪੁਰਤਾਈ ਕਰਨੀ ਹੈ। ਗੁਰੂ ਸਾਹਿਬ ਜੀ ਸਾਡੇ ਤੇ ਬਖਸ਼ਿਸ਼ ਕਰਨ ਉਹ ਅਵਸਥਾਵਾਂ ਦਾ ਜ਼ਿਕਰ ਤੇ ਸਾਧ ਸੰਗਤ ਜੀ ਸਰਵਣ ਕਰਕੇ ਮਹਾਰਾਜ ਦੱਸਦੇ ਨੇ। ਤੇ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਈਏ, ਪ੍ਰੇਮ ਨਾਲ ਆਖੀਏ ਸਤਿਨਾਮ ਵਾਹਿਗੁਰੂ ਸਾਹਿਬ ਜੀ। ਹਾਂਜੀ। ਗਿਆਨ ਖੰਡ ਮਹਿ ਗਿਆਨ ਪ੍ਰਚੰਡ। ਸੱਚੇ ਪਾਤਸ਼ਾਹ ਗਿਆਨ ਖੰਡ ਦੀ ਅਵਸਥਾ ਦੱਸਦੇ ਨੇ। ਮਹਾਰਾਜ ਕਹਿੰਦੇ ਗਿਆਨ ਖੰਡ ਦੇ ਵਿੱਚ ਖੰਡ ਨਾਮ ਹਿੱਸੇ ਦਾ ਹੈ। ਜਦੋਂ ਗਿਆਨ ਦੇ ਵਿੱਚ ਜਾ ਕਰਕੇ ਨਾ, ਫਿਰ ਉੱਥੇ ਜਿਹੜੀ ਅਵਸਥਾ ਬਣਦੀ ਹੈ, ਉੱਥੇ ਗਿਆਨ ਪ੍ਰਚੰਡ ਹੋ ਜਾਂਦਾ ਹੈ। ਪ੍ਰਚੰਡ ਸਾਧ ਸੰਗਤ ਜੀ ਨਾਮ ਤਿੱਖੇ ਦਾ ਹੈ, ਤੇਜ ਦਾ ਹੈ, ਤੇ ਉੱਥੇ ਗਿਆਨ ਤੇਜ ਪ੍ਰਤਾਪ ਵਾਲਾ ਹੁੰਦਾ ਹੈ, ਭਾਵ ਤੇਜਸਵੀ ਰੂਪ ਬਣ ਜਾਂਦਾ ਹੈ। ਜਦੋਂ ਗਿਆਨ ਦੇ ਵਿੱਚ ਜਾ ਕਰਕੇ ਤੇ ਸਾਧ ਸੰਗਤ ਜੀ ਇਹ ਅਵਸਥਾ ਮਹਾਰਾਜ ਜੀ ਪ੍ਰਗਟ ਕਰਦੇ ਹਨ। ਫਿਰ ਉੱਥੇ ਜਦੋਂ ਅਵਸਥਾ ਜਾਂਦੀ ਹੈ ਅਨਾਦ ਵਿਨੋਦ, ਫਿਰ ਮਹਾਰਾਜ ਦੱਸਦੇ ਉੱਥੇ ਅਨਾਦ ਅਨਹਦ ਰਹੱਸਮਈ ਅਵਸਥਾ ਪ੍ਰਾਪਤ ਹੁੰਦੀ ਹੈ, ਜਿੱਥੇ ਕਰੋੜਾਂ ਹੀ ਆਨੰਦ ਪ੍ਰਾਪਤ ਹੁੰਦਾ ਹੈ। ਤੇ ਸਾਧ ਸੰਗਤ ਜੀ ਕਰੋੜਾਂ ਗੁਣਾ ਆਨੰਦ ਪ੍ਰਾਪਤ ਹੁੰਦਾ ਹੈ। ਤੇ ਮਹਾਰਾਜ ਕਹਿੰਦੇ ਵਿਨੋਦ ਅਚਰਜਤਾਈ ਦੇ ਨਾਲ ਮਹਾਰਾਜ ਕਹਿੰਦੇ ਐਸੀ ਅਵਸਥਾ ਉਹਨੂੰ ਪ੍ਰਾਪਤ ਹੋ ਜਾਂਦੀ ਹੈ। ਤੇ ਸਾਧ ਸੰਗਤ ਜੀ ਉਸ ਅਵਸਥਾ ਦੇ ਅੰਦਰ ਜੋ ਵਾਹਿਗੁਰੂ ਪਰਮੇਸ਼ਰ ਨੇ ਕੌਤਕ ਕੀਤੇ ਨੇ, ਉਹ ਵੀ ਅਚਰਜ ਸਰੂਪ, ਜਿਹੜੇ ਅਚਰਜ ਸਰੂਪ ਹੈ, ਜਿਨ੍ਹਾਂ ਨੂੰ ਦੇਖ ਕਰਕੇ ਕੋਈ ਸਾਧ ਸੰਗਤ ਜੀ ਮਿਣਤੀ ਗਿਣਤੀ ਨਹੀਂ। ਉੱਥੇ ਬੇਸਮਾਦੀ ਅਚਰਜ ਸਮੂਹ ਦੇ ਵਿੱਚ ਜਾ ਕਰਕੇ ਜਿਹੜੀ ਗਿਆਨ ਦੀ ਅਵਸਥਾ ਹੁੰਦੀ ਹੈ, ਕਰਮ ਖੰਡ ਕੀ ਬਾਣੀ ਰੂਪ, ਬਹੁਤ ਆਨੰਦ ਹੀ ਆਨੰਦ ਹੈ। ਤੇ ਸਾਧ ਸੰਗਤ ਜੀ ਇਸ ਕਰਕੇ ਅੱਗੇ ਮਹਾਰਾਜ ਦੱਸਦੇ ਨੇ ਵੀ ਸਰਮ ਖੰਡ ਦੀ। ਤੇ ਸਾਧ ਸੰਗਤ ਜੀ ਪਹਿਲਾਂ ਪਾਠਾਂ ਦਾ ਨਿਰਣਾ ਵੀ ਨਾਲ ਕਰਨਾ ਹੈ, ਕਿਉਂਕਿ ਸਾਧ ਸੰਗਤ ਜੀ ਬਹੁਤੇ ਵਿਸਤਾਰ ਦੇ ਨਾਲ ਕਥਾ ਨਹੀਂ ਹੋ ਸਕਦੀ, ਬਹੁਤੇ ਅੰਤਰੀਵ ਜਿਹੜੇ ਅਰਥ ਨੇ ਉਹ ਵੀ ਨਹੀਂ ਹੋ ਸਕਦੇ, ਕਿਉਂਕਿ ਸਮੇਂ ਦੇ ਵਿੱਚ ਰਹਿ ਕਰਕੇ ਮਹਾਰਾਜ ਕਹਿੰਦੇ ਗਿਆਨ ਖੰਡ ਮਹਿ ਤੇ ਗਿਆਨ ਪ੍ਰਚੰਡ। ਤੇ ਸਾਧ ਸੰਗਤ ਜੀ ਗਿਆਨ ਖੰਡ ਮਹਿ, ਇੱਥੇ ਮੰਮਾ ਹਾਏ ਨੂੰ ਸਿਹਾਰੀ ਹੈ। ਇੱਥੇ ਮੰਮਾ ਜਿਹੜਾ ਹਾਏ ਸਿਹਾਰੀ ਹੈ ਮਹਿ, ਮੰਮਾ ਵੀ ਮੁਕਤਾ ਬੋਲਣਾ ਹੈ ਤੇ ਹਾਏ ਨੂੰ ਸਿਹਾਰੀ ਹੈ ਮਹਿ। ਕਈ ਵਾਰੀ ਇੱਥੇ ਅਸੀਂ ਮਹਿ ਕਹਿ ਦਿੰਦੇ ਹਾਂ, ਮਹਿ ਨਹੀਂ ਕਹਿਣਾ। ਤੇ ਸਾਧ ਸੰਗਤ ਜੀ
ਫਿਰ ਬਿੰਦੀ ਦਾ ਵੀ ਉਚਾਰਨ ਹੁੰਦਾ ਹੈ। ਮਹਿ ਕਹਿਣੇ ਦੇ ਵਿੱਚ ਲਾਮ ਵੀ ਲੱਗਦੀ ਹੈ, ਇਸ ਕਰਕੇ ਮਹਿ ਤੇ ਉਚਾਰਨ ਕਰਨਾ ਹੈ। ਗਿਆਨ ਪ੍ਰਚੰਡ, ਪ੍ਰਚੰਡ ਸਾਸਨ ਜਿੱਥੇ ਪ੍ਰਚੰਡ ਨਹੀਂ ਕਰਨਾ, ਕਿਉਂਕਿ ਇੱਥੇ ਰਾਰਾ ਪੂਰਾ ਲੱਗਿਆ ਹੋਇਆ ਹੈ। ਇੱਥੇ ਇਸ ਕਰਕੇ ਸਾਧ ਸੰਗਤ ਜੀ ਪੱਪਾ ਤੇ ਰਾਰਾ ਪਰ ਚੰਡ ਹੀ ਬੋਲਣਾ ਹੈ। ਤੇ ਮਹਾਰਾਜ ਅੱਗੇ ਦੱਸਦੇ ਨੇ ਫਿਰ ਇੱਥੇ ਤਿੱਥੇ ਨਹੀਂ ਕਹਿਣਾ। ਕਈ ਵਾਰੀ ਅਸੀਂ ਤਿੱਥੇ ਕਹਿ ਦਿੰਦੇ ਹਾਂ, ਤੱਤੇ ਨੂੰ ਸਿਆਹੀ ਤੱਥੇ ਨੂੰ ਦੁਲਾਵਾਂ ਨੇ, ਕਈ ਇੱਥੇ ਲਾ ਦਿੰਦੇ ਹਾਂ। ਧਿਆਨ ਰੱਖਣਾ, ਤਿੱਥੇ ਨਹੀਂ ਕਹਿਣਾ, ਤਿੱਥੈ। ਅਤੇ ਸਾਧ ਸੰਗਤ ਜੀ ਦੁਲਾਵਾਂ ਬੋਲਣ ਵਾਸਤੇ ਮੂੰਹ ਜਿਹੜਾ ਹੈ ਨਾ ਉਹ ਖੁੱਲ੍ਹਦਾ ਹੈ। ਤਿੱਥੈ ਨਾਦ ਵਿਨੋਦ। ਅਤੇ ਸਾਧ ਸੰਗਤ ਜੀ ਇਸ ਤਰ੍ਹਾਂ ਪੂਰੀ ਲਗਾ ਮਾਤਰਾ ਦੇ ਨਾਲ ਬੇਨੋਦ, ਬੱਬੇ ਨੂੰ ਜਿਹੜੀ ਸਿਹਾਰੀ ਲੱਗੀ ਹੋਈ ਹੈ, ਬੇਨੋਦ ਨਹੀਂ ਕਹਿਣਾ। ਕਈ ਵਾਰੀ ਅਸੀਂ ਪੜ੍ਹ ਲੱਗਿਆ ਬੇਨੋਦ ਹੀ ਦੱਸੀ ਜਾਂਦੇ ਹਾਂ। ਨਹੀਂ ਭਾਈ, ਇੱਥੇ ਜਿਹੜੀ ਬੱਬੇ ਨੂੰ ਸਿਹਾਰੀ ਲੱਗੀ ਹੋਈ ਹੈ ਇਹ ਛੇਤੀ ਆਵਾਜ਼ ਵਿੱਚ ਬੋਲਦੀ ਹੈ, ਬੇਨੋਦ ਹੀ ਉਚਾਰਨ ਕਰਨਾ ਹੈ। ਅਤੇ ਸਾਧ ਸੰਗਤ ਜੀ ਕੋਟ ਆਨੰਦ, ਕੋਡ ਕਈ ਵਾਰੀ ਅਸੀਂ ਇੱਥੇ ਕੋਡ ਕਹਿ ਦਿੰਦੇ ਹਾਂ, ਕੋਡ ਨਹੀਂ ਕਹਿਣਾ। ਕੱਕੇ ਨੂੰ ਹੋੜਾ ਡੱਡਾ ਹੈ, ਕੋਡ। ਕਈ ਵਾਰ ਢੱਡਾ ਲਾ ਦਿੰਦੇ ਹਾਂ, ਕੋਡ ਨਹੀਂ। ਸਾਧ ਸੰਗਤ ਜੀ ਇੱਥੇ ਧਿਆਨ ਰੱਖਣਾ, ਕੋਡ ਕਰੋੜਾ ਹੀ, ਕਿਉਂਕਿ ਅਤੇ ਫਿਰ ਆਨੰਦ ਕਈ ਵਾਰੀ ਆਨੰਦ ਵੀ ਕਰ ਦਿੰਦੇ ਹਾਂ। ਜਿੱਥੇ ਆੜੇ ਨੂੰ ਕੰਨਾ ਲੱਗਦਾ ਹੈ ਉੱਥੇ ਕਈ ਵਾਰੀ ਅਸੀਂ ਆੜਾ ਇਕੱਲਾ ਬੋਲ ਦੇਣਾ, ਜਾਂ ਫਿਰ ਜਿੱਥੇ ਸਾਧ ਸੰਗਤ ਜੀ ਕੰਨੇ ਤੇ ਬਗੈਰ ਹੈ ਉੱਥੇ ਕੰਨਾ ਲਾ ਦੇਣਾ, ਆਨੰਦ ਕਹਿ ਦੇਣਾ। ਅਤੇ ਸਾਧ ਸੰਗਤ ਜੀ ਦੇਖ ਕੇ ਪਾਠ ਕਰਨਾ ਹੈ ਵੀ ਲਗਾ ਮਾਤਰਾ ਦਾ ਸਾਨੂੰ ਪੂਰਾ ਗਿਆਨ ਹੋਣਾ ਚਾਹੀਦਾ ਹੈ। ਇਸ ਕਰਕੇ ਉਰੇ ਆਨੰਦ ਹੀ ਪਾਠ ਕਰਨਾ ਹੈ ਅਤੇ ਆਪਣੇ ਕੋਲ ਨਾ ਮਾਤਰਾ ਲਾਣੀ ਹੈ, ਦੇਖ ਕੇ ਵਿਚਾਰ ਕੇ ਪਾਠ ਕਰਨਾ ਹੈ। ਇਹ ਸਾਧ ਸੰਗਤ ਜੀ ਇਸ ਤਰ੍ਹਾਂ ਉਚਾਰਨ ਕਰਨਾ ਹੈ। ਅਤੇ ਮਹਾਰਾਜ ਜੀ ਹੁਣ ਸਰਮ-ਖੰਡ ਜਿਹੜੀ ਹੈ ਨਾ ਉਹਦੀ ਅਵਸਥਾ ਦੱਸਦੇ ਨੇ। ਸਰਮ-ਖੰਡ ਅਤੇ ਸਾਧ ਸੰਗਤ ਜੀ ਸਰਮ ਜਿਹੜੀ ਹੈ ਨਾ ਇਹ ਸਰਮ-ਖੰਡ ਕਹਿ ਦਿੰਦੇ ਨੇ ਮਿਹਨਤ ਨੂੰ। ਮਿਹਨਤ ਦਾ ਵੀ ਨਾਮ ਸਰਮ ਹੈ। ਅਤੇ ਮਿਹਨਤ ਨਾਮ ਭਾਵ ਕਮਾਈ ਦਾ, ਤਪੱਸਿਆ ਦਾ ਹੈ। ਜਿਹੜਾ ਬੰਦਾ ਤਪੱਸਿਆ ਕਰਦਾ, ਮਿਹਨਤ ਕਰਦਾ ਅਤੇ ਅਭਿਆਸ ਕਰਦਾ, ਮਹਾਰਾਜ ਕਹਿੰਦੇ ਉਹਦੀ ਜਿਹੜੀ ਸਰਮ-ਖੰਡ ਦੇ ਵਿੱਚ ਜਿਹੜੀ ਜਾਂਦੀ ਹੈ ਨਾ ਅਵਸਥਾ, ਸਰਮ ਸਾਧ ਸੰਗਤ ਜੀ ਵਿਰਾਗ ਦਾ ਵੀ ਹੈ। ਵਿਰਾਗ ਦੀ ਅਵਸਥਾ ਪੈਦਾ ਹੋ ਜਾਣੀ। ਸਰਮ ਨਾਮ ਸੁੱਖ ਦਾ ਵੀ ਹੈ। ਅਤੇ ਮਹਾਂਪੁਰਖ ਦਾ ਸਾਧ ਸੰਗਤ ਜੀ ਬਹੁਤ ਅਰਥ ਕਰਦੇ ਨੇ ਅਤੇ ਇਤਨਾ ਸਮਾਂ ਨਹੀਂ ਹੈ ਆਪਾਂ ਨੇ ਬਹੁਤਾ ਸੂਖਮ ਵਿਚਾਰ ਵਿੱਚ ਵੀ ਜਾਈਏ, ਨਹੀਂ। ਅਤੇ ਸਾਧ ਸੰਗਤ ਜੀ ਅੱਖਰੀ ਅਰਥ ਹੀ ਕਰਨੇ ਨੇ। ਇਸ ਕਰਕੇ ਸਰਮ-ਖੰਡ ਕੀ, ਜਿਹੜਾ ਮਿਹਨਤ ਕਰਕੇ ਤਪੱਸਿਆ ਕਰਕੇ ਜਿਹਦੀ ਅਵਸਥਾ ਚਲੇਗੀ ਨਾ, ਅਤੇ ਸਾਧ ਸੰਗਤ ਜੀ ਉਹਦੀ ਫਿਰ ਐਸੀ ਬਾਣੀ ਐਸੀ ਹੋ ਜਾਂਦੀ ਹੈ। ਅਤੇ ਸਾਧ ਸੰਗਤ ਜੀ ਸਰਮ-ਖੰਡ ਕੀ ਬਾਣੀ ਰੂਪ, ਉਹਦੀ ਜਿਹੜੀ ਬਾਣੀ ਹੈ ਨਾ, ਅਤੇ ਸਾਧ ਸੰਗਤ ਜੀ ਬਾਣੀ ਵੀ ਉਹਦੀ ਰੂਪ ਹੋ ਜਾਂਦੀ ਹੈ। ਜੋ ਬੋਲਦਾ ਹੈ ਅਤੇ ਸਾਧ ਸੰਗਤ ਜੀ ਉਹਦੀ ਬਾਣੀ ਬੜੀ ਸੁੰਦਰ ਮਠਿਆਸ ਵਾਲੀ। ਅਤੇ ਮਹਾਰਾਜ ਜੀ ਕਹਿੰਦੇ ਉਹਦੀ ਬਾਣੀ ਹੀ ਅੰਦਰੋਂ ਭਿੱਜ ਕਰਕੇ, ਕਿਉਂਕਿ ਤਪੱਸਿਆ ਕਰਨ ਵਾਲਾ, ਸਿਮਰਨ ਕਰਨ ਵਾਲਾ, ਉਹਦੀ ਬਾਣੀ ਵੀ ਰੂਪ ਹੋ ਜਾਂਦੀ ਹੈ। ਬਾਣੀ ਵੀ ਬੜੀ ਸੁੰਦਰ ਹੋ ਜਾਂਦੀ ਹੈ। ਅਤੇ ਸਾਧ ਸੰਗਤ ਜੀ ਫਿਰ ਜਿਹੜੀ ਉਹਨਾਂ ਦੀ ਤਿੱਥੈ ਘੜਤ ਘੜੀ ਹੈ, ਜਿਹੜੀ ਐਸੀ ਮਿਹਨਤ ਵਾਲੀ ਜਿਹੜੀ ਹੈ ਉਹਨਾਂ ਦੀ ਜਿਹੜੀ ਘਾੜਤ ਹੈ ਨਾ, ਅਤੇ ਮਹਾਰਾਜ ਦੱਸਦੇ ਨੇ ਤਿੱਥੈ ਘੜਤ ਘੜੀ ਹੈ। ਔਰ ਜਿਹੜੀ ਘਾੜਤ ਕੜੀ ਜਾਂਦੀ ਹੈ ਬਹੁਤ ਅਨੂਪ ਉਪਮਾ ਤੋਰ ਹੈ। ਅਤੇ ਐਸੀ ਸੁੰਦਰ ਅਤੇ ਸਾਧ ਸੰਗਤ ਜੀ ਜਿਹੜੀ ਐਸੀ ਸੁੰਦਰ ਅਵਸਥਾ, ਲਸਾਨੀ ਅਵਸਥਾ ਐਸੀ ਮਹਾਰਾਜ ਬਖਸ਼ ਕਰਦੇ ਨੇ ਵੀ ਐਸੀ ਘੜਤ ਕੜੀ ਜਾਂਦੀ ਹੈ। ਅਤੇ ਸਾਧ ਸੰਗਤ ਜੀ ਪਾਠਾਂ ਦਾ ਨਿਰਣਾ ਵੀ ਨਾਲ ਦੀ ਨਾਲ ਹੈ। ਸਰਮ-ਖੰਡ ਕੀ, ਸ਼ਰਮ ਨਹੀਂ ਕਹਿਣਾ। ਕਈ ਵਾਰੀ ਅਸੀਂ ਸੱਸੇ ਦੇ ਪੈਰਾਂ ਬਿੰਦੀ ਲਾ ਦਿੰਦੇ, ਸ਼ਰਮ ਨਹੀਂ ਕਰਨਾ। ਅਤੇ ਸਾਧ ਸੰਗਤ ਜੀ ਸਰਮ ਕਰਨਾ ਹੈ।
ਤੇ ਸਰਮ ਖੰਡ ਕੀ ਬਾਣੀ ਰੂਪ। ਤੇ ਇੱਥੇ ਦੁਲੈਂਕੜ ਲੱਗੇ ਹੋਏ ਨੇ ਰੂਪ। ਰਾਰੇ ਨੂੰ ਦੁਲੈਂਕੜ ਲਾ ਕਰਕੇ ਹੀ ਬੋਲਣਾ ਹੈ। ਫਿਰ ਅੱਗੇ ਪਾਠ ਹੈ ਤਿੱਥੈ ਘਾੜਤ ਕੜੀਐ। ਤੇ ਸਾਧ ਸੰਗਤ ਜੀ ਫਿਰ ਇਹ ਵਾਰ-ਵਾਰ ਪਾਠ ਆਉਣਾ ਤਿੱਥੈ। ਇਹ ਧਿਆਨ ਰੱਖਣਾ, ਤਿੱਥੇ ਨਹੀਂ ਕਹਿਣਾ, ਤਿੱਥੈ ਦਲਾਵਾਂ ਦੇ ਨਾਲ ਹੀ ਬੋਲਣਾ ਹੈ। ਘਾੜਤ ਤੇ ਘਾੜਤ ਘੜੀ ਹੈ। ਤੇ ਸਾਧ ਸੰਗਤ ਜੀ ਥੋੜ੍ਹਾ ਜਿਹਾ ਭਾਰਾ ਜਿਹਾ ਕਰਕੇ ਘੜੀ ਹੈ। ਇੱਕ ਹੁੰਦੀ ਘੜੀ ਹੈ, ਘੜੀ ਦੇ ਨਹੀਂ ਘੜੀ ਹੈ। ਘੜੀ ਹੁੰਦਾ ਘੜਨਾ, ਉੱਥੇ ਘਾੜਤ ਘੜੀ ਜਾਂਦੀ ਹੈ ਬੁੱਧੀ ਦੀ। ਜਿਹੜੀ ਸਾਧ ਸੰਗਤ ਜੀ ਸ਼ੁਭ ਬੁੱਧੀ ਹੈ ਉਹ ਪ੍ਰਾਪਤ ਹੁੰਦੀ ਹੈ। ਜਿਹੜੀ ਵਿਸ਼ੇਈ ਹੈ ਨਾ ਉਹਨੂੰ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਫਿਰ ਜਿਹੜੀ ਵਿਸ਼ੇਈ ਬੁੱਧੀ ਹੈ ਉਹਦੀ ਘਾੜਤ ਕੱਢ ਕੇ ਉਹਨੂੰ ਦੂਰ ਕਰਕੇ ਤੇ ਮਹਾਰਾਜ ਕਹਿੰਦੇ ਫਿਰ ਜਿਹੜੀ ਦੇਵੀ ਗੁਣਾਂ ਦੀ ਬੁੱਧੀ ਹੈ। ਤੇ ਇਸ ਕਰਕੇ ਮਹਾਰਾਜ ਦੱਸਦੇ ਨੇ ਤਿੱਥੈ ਘਾੜਤ ਕੜੀ ਹੈ, ਉੱਥੇ ਘੜੀ ਜਾਂਦੀ ਹੈ। ਫਿਰ ਇੱਥੇ ਸਾਧ ਸੰਗਤ ਜੀ ਪਾਠ ਜਿਹੜਾ ਘੜੀ ਹੈ ਤੇ ਥੋੜ੍ਹਾ ਜਿਹਾ ਘੱਗੇ ਨੂੰ ਪੂਰੀ ਆਵਾਜ਼ ਦੇ ਵਿੱਚ ਬੋਲਣਾ ਹੈ, ਕਿਉਂਕਿ ਘੱਗਾ ਵੀ ਦੂਜੇ ਨੰਬਰ 'ਤੇ ਫਿੱਕਾ ਵੀ ਪੈ ਜਾਂਦਾ ਹੈ। ਇਸ ਕਰਕੇ ਇਹ ਜਿਹੜਾ ਪਾਠ ਹੈ ਨਾ ਘੱਗਾ ਪੂਰੀ ਆਵਾਜ਼ ਦੇ ਵਿੱਚ ਨਿਕਲਦਾ ਹੈ, ਘੜੀ ਹੈ। ਤੇ ਸਾਧ ਸੰਗਤ ਜੀ ਫਿਰ ਬਹੁਤ ਅਨੂਪ, ਬਹੁਤ ਨਹੀਂ ਕਹਿਣਾ। ਕਈ ਵਾਰੀ ਅਸੀਂ ਨਾ ਬਹੁਤ ਕਹਿ ਦਿੰਦੇ ਹਾਂ, ਬਹੁਤ ਨਹੀਂ। ਤੇ ਸਾਧ ਸੰਗਤ ਜੀ ਬਹੁਤ, ਤੇ ਇੱਥੇ ਔਂਕੜ ਹੀ ਲੱਗਿਆ ਹੈ ਹਾਏ ਨੂੰ, ਬੱਬਾ ਹਾਏ ਨੂੰ ਔਂਕੜ, ਤੱਤੇ ਨੂੰ ਔਂਕੜ ਹੈ। ਇਸ ਕਰਕੇ ਬਹੁਤ ਹੀ ਬੋਲਣਾ ਹੈ, ਬਹੁਤ ਨਹੀਂ ਕਹਿਣਾ। ਤੇ ਅਨੂਪ, ਤੇ ਸਾਧ ਸੰਗਤ ਜੀ ਅਨੂਪ ਨਹੀਂ ਕਹਿਣਾ। ਕਈ ਵਾਰੀ ਅਸੀਂ ਆੜੇ ਨੂੰ ਕੰਨਾ ਲਾ ਦਿੰਦੇ, ਅਨੂਪ ਕਹਿ ਦਿੰਦੇ ਹਾਂ। ਨਹੀਂ ਸਾਧ ਸੰਗਤ ਜੀ ਆੜਾ ਮੁਕਤਾ ਹੀ ਹੈ। ਇਸ ਕਰਕੇ ਆੜਾ ਅਗੇਤਰ ਲਾ ਕਰਕੇ ਬੋਲਣਾ ਹੈ ਅਨੂਪ। ਤੇ ਇਹਦਾ ਉਪਮਾ ਤੋਂ ਰਹਿਤ ਸ਼ਬਦ ਹੈ, ਜਿਹਦੀ ਕੋਈ ਉਪਮਾ ਨਹੀਂ ਕੀਤੀ ਜਾ ਸਕਦੀ, ਦੱਸਿਆ ਨਹੀਂ ਜਾ ਸਕਦਾ। ਤੇ ਸਾਧ ਸੰਗਤ ਜੀ ਬਹੁਤ ਅਨੂਪ ਇਸ ਤਰ੍ਹਾਂ ਪਾਠ ਉਚਾਰਨ ਕਰਨਾ ਹੈ। ਫਿਰ ਉਹ ਜਿਹੜੀਆਂ ਗੱਲਾਂ ਨਾ ਜਿਹੜੇ ਸਰਮ ਖੰਡ ਦੇ ਵਿੱਚ ਜਾ ਕਰਕੇ, ਉਹ ਜਿਹੜੀਆਂ ਗੱਲਾਂ ਨੇ ਤੇ ਸਾਧ ਸੰਗਤ ਜੀ ਉਹ ਦੱਸੀਆਂ ਨਹੀਂ ਜਾਂਦੀਆਂ, ਕਿ ਉਹਦੇ ਬਾਰੇ ਕੁਝ ਕਿਹਾ ਨਹੀਂ ਜਾਂਦਾ। ਜਿਹੜੇ ਸਾਧ ਸੰਗਤ ਜੀ ਨਾਮ ਜਪਣ ਵਾਲੇ ਨੇ, ਸਿਮਰਨ ਕਰਨ ਵਾਲੇ ਨੇ ਨਾ, ਉਹ ਤਪੱਸਿਆ ਦੇ ਆਪਣੇ, ਤੇ ਫਿਰ ਉਹ ਮਿਹਨਤ ਕਰਨ ਵਾਲੇ, ਸਿਮਰਨ ਕਰਨ ਵਾਲੇ, ਉਹਨਾਂ ਦੀ ਐਸੀ ਅਵਸਥਾ ਬਣ ਜਾਂਦੀ ਹੈ ਜਦੋਂ ਗਿਆਨ ਤੋਂ ਵੀ ਉੱਤੇ ਉੱਠ ਜਾਂਦੇ ਨੇ ਨਾ, ਸਰਮ ਖੰਡ ਦੇ ਵਿੱਚ ਚਲੀ ਜਾਂਦੇ ਨੇ, ਫਿਰ ਉਹਨਾਂ ਬਾਰੇ ਕੁਝ ਦੱਸਿਆ ਨਹੀਂ ਜਾ ਸਕਦਾ। ਐਸੇ ਮਹਾਂਪੁਰਖ ਬ੍ਰਹਮ ਗਿਆਨੀ ਤੱਤਵੇਤਿਆਂ ਦੇ ਬਾਰੇ ਕੁਝ ਦੱਸਿਆ ਨਹੀਂ ਜਾਂਦਾ। ਤੇ ਜੇ ਕੋਈ ਤਾਕੀਆਂ ਗੱਲਾਂ, ਉਹਨਾਂ ਦੀਆਂ ਗੱਲਾਂ ਕਥੀਆ ਨਾ ਜਾਏ, ਫਿਰ ਕਥਨ ਦੇ ਵਿੱਚ ਨਹੀਂ ਹੁੰਦੀਆਂ, ਕਥੀਆਂ ਨਹੀਂ ਜਾ ਸਕਦੀਆਂ। ਜੇ ਕੋਈ ਕੋਸ਼ਿਸ਼ ਵੀ ਕਰਦਾ ਹੈ, ਜੇ ਕੋਈ ਕੋਸ਼ਿਸ਼ ਵੀ ਕਰਦਾ ਹੈ, ਫਿਰ ਮਹਾਰਾਜ ਕਹਿੰਦੇ ਪਿੱਛੇ ਪਛਤਾਏ। ਫਿਰ ਉਹਨਾਂ ਨੂੰ ਅਖੀਰ ਨੂੰ ਪਛਤਾਣਾ ਹੀ ਪੈਂਦਾ ਹੈ। ਤੇ ਇਹਦਾ ਜਿਹੜਾ ਪਾਠ ਹੈ ਸਾਧ ਸੰਗਤ ਜੀ ਤਾਕੀਆਂ ਗੱਲਾਂ, ਇਹ ਗੱਲਾਂ ਨਹੀਂ ਕਹਿਣਾ, ਉੱਪਰ ਕਿਸੇ ਬਿੰਦੀ ਲਾ ਕਰਕੇ ਗੱਲਾਂ ਬਹੁ ਬਚਨ ਵਾਸਤੇ। ਤੇ ਸਾਧ ਸੰਗਤ ਜੀ ਆਪ ਜੀ ਨਾਲ ਪਹਿਲਾਂ ਬੇਨਤੀ ਕੀਤੀ ਸੀ ਵੀ ਬਿੰਦੀ ਨਾਲ ਬਹੁ ਬਚਨ ਨਹੀਂ, ਜੇ ਆਪਾਂ ਨੇ ਗੱਲਾਂ ਹੀ ਕਹਾਂਗੇ ਤਦ ਵੀ ਬਹੁ ਬਚਨ ਬਣ ਜਾਂਦੇ ਆ। ਇਸ ਕਰਕੇ ਮਹਾਰਾਜ ਜੀ ਬਿੰਦੀ ਨਹੀਂ ਲਾਣੀ। ਤੇ ਸਾਧ ਸੰਗਤ ਜੀ ਬਿੰਦੀ ਨਾਲ ਫਿਰ ਪਾਠ ਜਿਹੜਾ ਹੈ ਨਾ, ਕਿਉਂਕਿ ਮਹਾਂਪੁਰਖ ਬਾਬਾ ਮੋਹਨ ਸਿੰਘ ਜੀ ਹੋਰ ਮਹਾਂਪੁਰਖ ਸੰਥਿਆ ਕਰਾਉਂਦੇ ਤੇ ਬਿੰਦੀ ਨਹੀਂ ਸੀ ਲਵਾਉਂਦੇ। ਇਸ ਕਰਕੇ ਤੇ ਸਾਧ ਸੰਗਤ ਜੀ ਕਿਉਂਕਿ ਇਹ ਸੀਨੇ ਵਸੀਨੇ ਪਾਠ ਚੱਲੇ ਆ ਰਹੇ ਨੇ, ਇਸ ਕਰਕੇ ਸਾਧ ਸੰਗਤ ਜੀ ਜਿਸ ਤਰ੍ਹਾਂ ਲਿਖਿਆ ਨਾ ਉਸ ਤਰ੍ਹਾਂ ਹੀ ਉਚਾਰਨ ਕਰਨਾ ਹੈ। ਤਾ ਕੀਆ ਗੱਲਾਂ ਕਥੀਆ ਨਾ ਜਾਹੇ। ਤੇ ਸਾਧ ਸੰਗਤ ਜੀ ਕਥੀਆ ਇਸ ਤਰ੍ਹਾਂ ਹੀ ਉਚਾਰਨ ਕਰਨਾ ਹੈ। ਤੇ ਨਾ ਨੰਨੇ ਨੂੰ ਕੰਨਾ ਲੱਗਿਆ ਹੋਇਆ ਹੈ, ਜਿੱਥੇ ਨੰਨੇ ਨੂੰ ਕੰਨਾ ਲੰਮੀ ਆਵਾਜ਼ ਵਿੱਚ ਨਾ ਜਾਹੇ, ਜੱਜੇ ਨੂੰ ਕੰਨਾ ਹਾਏ ਸਿਹਾਰੀ ਹੈ ਜਾਹੇ, ਇਸ ਤਰ੍ਹਾਂ ਉਚਾਰਨ ਕਰਨਾ ਹੈ। ਫਿਰ ਸਾਧ ਸੰਗਤ ਜੀ ਜੇ ਕੋ ਇਕੱਠਾ ਨਹੀਂ ਕਰਨਾ, ਇਹਨੂੰ ਵੱਖਰਾ ਜੇ ਕੋ ਕਹੈ,
ਕਹੇ ਨਹੀਂ ਕਹਿਣਾ। ਤੇ ਸਾਧ ਸੰਗਤ ਜੀ ਦੁਲਾਵਾਂ ਲੱਗੀਆਂ ਨੇ ਕਹੈ ਤੇ ਪਿੱਛੇ ਨਹੀਂ ਕਹਿਣਾ ਪਿੱਛੇ। ਇਹ ਦੁਲਾਵਾਂ ਦੇ ਨਾਲ ਪਛਤਾਏ। ਇੱਥੇ ਸਾਧ ਸੰਗਤ ਜੀ ਸੂਖਮ ਰੂਪ ਦੇ ਵਿੱਚ ਹੈ, ਪਛਤਾਏ ਕਹਿ ਦਿੰਦੇ ਆ। ਇਸੇ ਛੱਛੇ ਨੂੰ ਅੰਕੁੜ ਲੱਗਿਆ ਹੋਇਆ ਹੈ, ਇਸ ਕਰਕੇ ਧਿਆਨ ਦੇ ਨਾਲ ਬੋਲਣਾ ਹੈ ਪਛਤਾਏ। ਇਸ ਤਰ੍ਹਾਂ ਪਾਠ ਉਚਾਰਨ ਕਰਨਾ ਹੈ। ਤਥੈ ਘੜੀਐ ਸੁਰਤ ਮਤ ਮਨ ਬੁੱਧ। ਤੇ ਸਾਧ ਸੰਗਤ ਜੀ ਫਿਰ ਪਾਠ ਆ ਰਿਹਾ ਹੈ ਤਿੱਥੈ। ਤੇ ਸਾਧ ਸੰਗਤ ਜੀ ਫਿਰ ਮਹਾਰਾਜ ਕਹਿੰਦੇ ਤਿੱਥੈ ਘੜੀਐ। ਤੇ ਉਹਨਾਂ ਦੀ ਜਿਹੜੀ ਸੂਰਤ ਹੈ, ਮਤ ਹੈ ਤੇ ਮਨ ਤੇ ਬੁੱਧ, ਫਿਰ ਇਹ ਘੜੀਆਂ ਜਾਂਦੀਆਂ ਨੇ। ਤਥੈ ਘੜੀਐ ਸੁਰਾ ਸਿਧਾਂਤੀ ਸੁਧ। ਫਿਰ ਜਿਹੜੀ ਉੱਥੇ ਸਰਮਖੰਡ ਦੇ ਅੰਦਰ ਫਿਰ ਜਿਹੜੀ ਸੂਰ ਦੇਵ ਤੇ ਸਾਧ ਸੰਗਤ ਜੀ ਫਿਰ ਜਿਹੜੀ ਸੁਰ ਨਾਮ ਦੇਵਤੀ ਜਿਹੜੀ ਬੁੱਧੀ ਹੈ ਨਾ, ਦੇਵੀ ਗੁਣਾਂ ਦੇ ਸਮੇਤ ਘੜੀ ਜਾਂਦੀ ਹੈ। ਤੇ ਸਾਧ ਸੰਗਤ ਜੀ ਫਿਰ ਜਿਹੜੀ ਇੱਧਰ ਤੇ ਮਹਾਰਾਜ ਕਹਿੰਦੇ ਸੁਰਾਂ ਸਿੱਧਾਂ ਕੀ ਸੁਧ। ਤੇ ਸਾਧ ਸੰਗਤ ਜੀ ਫਿਰ ਇਸ ਤਰ੍ਹਾਂ ਉਹਨਾਂ ਨੂੰ ਦੇਵੀ ਗੁਣਾਂ ਦੇ ਸਹਿਤ ਸੁਰਾਂ ਸਿੱਧਾਂ ਕੀ ਸੁਧ ਜਿਹੜੀ ਹੈ ਪ੍ਰਾਪਤ ਹੋ ਜਾਂਦੀ ਹੈ, ਸੋਝੀ ਆ ਜਾਂਦੀ ਹੈ। ਕਰਮ ਖੰਡ ਕੀ ਬਾਣੀ ਜੋਰ। ਤੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਜਿਹੜੀ ਮਤ ਬੁੱਧ ਤੇ ਸੁਰਤ ਤੇ ਇਹ ਘੜੀਆਂ ਜਾਂਦੀਆਂ ਨੇ। ਤੇ ਮਹਾਰਾਜ ਕਹਿੰਦੇ ਜਦੋਂ ਇਹ ਘੜੀਆਂ ਗਈਆਂ ਸੁਰਾਂ ਸਿੱਧਾਂ ਕੀ ਸੁਧ, ਫਿਰ ਉਹਨਾਂ ਨੂੰ ਸਾਰੀ ਜਿਹੜੀ ਸਿੱਧ ਲੋਕ ਨੇ ਤੇ ਆ ਫਿਰ ਜਿਹੜੀ ਬੁੱਧੀ ਹੈ ਦੇਵੀ ਗੁਣਾਂ ਦੇ ਸਮੇਤ ਹੋ ਜਾਂਦੀ ਹੈ, ਸੋਝੀ ਆ ਜਾਂਦੀ ਹੈ। ਤੇ ਸਾਧ ਸੰਗਤ ਇੱਥੇ ਜਿਹੜੇ ਪਾਠ ਨੇ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਤੇ ਸਾਧ ਸੰਗਤ ਜੀ ਇੱਥੇ ਤਿੱਥੈ ਮਹਾਰਾਜ ਕਹਿੰਦੇ ਇੱਥੇ ਇਸ ਤਰ੍ਹਾਂ ਹੀ ਉਚਾਰਨ ਕਰਨਾ ਹੈ ਤਿੱਥੈ। ਤੇ ਘੜੀਏ ਪਾਠ ਵੀ ਸੂਰਤ ਨਹੀਂ ਕਹਿਣਾ, ਧਿਆਨ ਰੱਖਣਾ ਸੁਰਤ। ਛੇਤੀ ਦੇ ਨਾਲ ਬੋਲਣਾ ਹੈ ਮਤ ਨਹੀਂ ਕਹਿਣਾ, ਮਤ ਆਦਿ ਮਤ। ਤੇ ਸਾਧ ਸੰਗਤ ਜੀ ਦਰਮਿਆਨੀ ਮਤ ਮਨ ਪੋਲਾ ਬੋਲਣਾ। ਬੁੱਧ ਦੇ ਸਾਧ ਸੰਗਤ ਜੀ ਅਦਕ ਲਾ ਕਰਕੇ ਥੋੜ੍ਹਾ ਜਿਹਾ ਕੱਸ ਕੇ ਜਾਂ ਫਿਰ ਸਾਧ ਸੰਗਤ ਜੀ ਬੁੱਧ ਕਹਿ ਦੇਣਾ, ਦਲੈਂਕੜ ਲੱਗ ਜਾਂਦੇ ਨੇ। ਇੱਥੇ ਔਂਕੜੀ ਲੱਗਿਆ ਹੈ, ਇਸ ਕਰਕੇ ਧਿਆਨ ਦੇ ਨਾਲ ਹੀ ਉਚਾਰਨ ਕਰਨਾ ਹੈ। ਫਿਰ ਤਿੱਥੈ ਇਹ ਵੀ ਪਾਠ ਸਾਧ ਸੰਗਤ ਜੀ ਇਸ ਤਰ੍ਹਾਂ ਹੀ ਉਚਾਰਨ ਕਰਨਾ ਦੁਲਾਵਾਂ ਦੇ ਨਾਲ। ਘੜੀਐ ਤਿਆੜੇ ਨੂੰ ਦੁਲਾਵਾਂ ਲਾਉਣੀਆਂ ਨੇ। ਕਈ ਵਾਰੀ ਅਸੀਂ ਇੱਥੇ ਘੜੀਏ ਨਹੀਂ ਕਹਿਣਾ, ਘੜੀਐ। ਇਸ ਤਰ੍ਹਾਂ ਆੜੇ ਨੂੰ ਦੁਲਾਵਾਂ ਲਾ ਕਰਕੇ ਉਚਾਰਨ ਕਰਨਾ ਹੈ। ਸੁਰਾਂ ਸਿੱਧਾਂ ਕੀ ਸੁਧ। ਤੇ ਸਾਧ ਸੰਗਤ ਜੀ ਸੂਰਾ ਨਹੀਂ ਕਹਿਣਾ, ਸੁਰਾ ਸਿੱਧਾਂ ਕੀ ਸੁਧ। ਤੇ ਇਸ ਤਰ੍ਹਾਂ ਸਾਧ ਸੰਗਤ ਜੀ ਸੁਧ ਵੀ ਤੇ ਔਂਕੜ ਦੇ ਨਾਲ ਹੀ ਬੋਲਣਾ ਹੈ, ਦੁਲੈਂਕੜ ਨਹੀਂ ਲਾਉਣਾ, ਸੁੱਧ ਨਹੀਂ ਕਹਿਣਾ, ਸੁੱਧ ਕਹਿਣਾ ਹੈ। ਇਸ ਤਰ੍ਹਾਂ ਪਾਠਾਂ ਦਾ ਧਿਆਨ ਰੱਖਣਾ ਹੈ। ਫਿਰ ਮਹਾਰਾਜ ਜੀ ਅੱਗੇ ਕਰਮਖੰਡ ਦੀ, ਕਿਉਂਕਿ ਸਰਮਖੰਡ ਫਿਰ ਸਾਧ ਸੰਗਤ ਜੀ ਕਰਮਖੰਡ ਬਾਰੇ ਮਹਾਰਾਜ ਦੱਸਦੇ ਨੇ। ਕਰਮਖੰਡ ਨਾਮ ਸਾਧ ਸੰਗਤ ਜੀ ਕਮਾਈ ਦਾ ਹੈ, ਕਰਮ ਨਾਮ ਬਖਸ਼ਿਸ਼ ਦਾ ਹੈ, ਕਰਮ ਨਾਮ ਕਿਰਪਾ ਦਾ ਵੀ ਹੈ। ਮਹਾਰਾਜ ਕਹਿੰਦੇ ਜਿਹੜੇ ਕਮਾਈ ਕਰਦੇ ਨੇ, ਸਿਮਰਨ ਅਭਿਆਸ ਕਰਦੇ ਨੇ, ਜਿਨ੍ਹਾਂ ਉੱਤੇ ਬਖਸ਼ਿਸ਼ ਹੋ ਗਈ, ਮਹਾਰਾਜ ਕਹਿੰਦੇ ਉਹਨਾਂ ਦੀ ਬਾਣੀ ਜ਼ੋਰ ਹੋ ਜਾਂਦਾ, ਉਹਨਾਂ ਦੀ ਬਾਣੀ ਦੇ ਵਿੱਚ ਜ਼ੋਰ ਹੋ ਜਾਂਦਾ ਹੈ। ਭਾਵ ਜਿਨ੍ਹਾਂ ਦੀ ਬਾਣੀ ਦੇ ਵਿੱਚ ਜ਼ੋਰ ਹੋ ਗਿਆ, ਜੋ ਮੁਖ ਦੇ ਬੋਲਦੇ ਨੇ ਉਹੀ ਪੂਰਾ ਹੋ ਜਾਂਦਾ ਹੈ। ਤੇ ਸਾਧ ਸੰਗਤ ਜੀ ਕਿਉਂਕਿ ਸਮਾਂ ਨਹੀਂ ਬਹੁਤਾ ਹੈ, ਸਾਖੀ ਰੂਪ ਵਿੱਚ ਵੀ ਕੋਈ ਲਾਈਏ। ਮਹਾਰਾਜ ਜੀ ਕਿਰਪਾ ਕਰਨ, ਛੋਟੀ ਹੀ ਸਾਖੀ ਹੈ। ਜਦੋਂ ਭਾਈ ਗੋਦੜੀਆ ਜੀ ਹੋਏ ਨੇ, ਤੇ ਜਦੋਂ ਉਹ ਜਿਹੜੇ ਭਾਈ ਭਗਤੂ ਜੀ ਦੇ ਤੇ ਭਾਈ ਗੋਰਾ ਜੀ ਪੁੱਤਰ ਹੋਏ ਨੇ, ਤੇ ਉਹਨਾਂ ਦੇ ਨਾਲ ਕੰਮ ਵਿਹਾਰ ਕਰਨ ਲੱਗ ਪਏ। ਤੇ ਭਾਈ ਜਦੋਂ ਗੋਰਾ ਜੀ ਨੇ ਦੇਖਿਆ ਤੇ ਜਿਹੜੇ ਇੱਕ ਨੌਕਰ ਨੂੰ ਝਿੜਕਣ ਲੱਗ ਪਿਆ, ਤੇ ਉਹ ਜਦੋਂ ਝਿੜਕਣ ਲੱਗ ਪਿਆ, ਭਾਈ ਗੋਦੜੀਆ ਜੀ ਦੇ ਮਨ ਦੇ ਵਿੱਚ ਥੋੜ੍ਹਾ ਜਿਹਾ ਤਰਸ ਆਇਆ। ਤੇ ਫਿਰ ਉਹਨਾਂ ਨੇ ਬਚਨ ਕਰ ਦਿੱਤੇ ਵੀ ਤੁਸੀਂ ਇਹਨੂੰ ਕਿਉਂ ਝਿੜਕਦੇ ਹੋ।
ਤੁਹਾਨੂੰ ਇਹਨੇ ਵਿਚਾਰੇ ਨੇ ਕੀ ਕੀਤਾ ਹੈ। ਤੇ ਉਸ ਵੇਲੇ ਗੋਰਾ ਜੀ ਕਹਿਣ ਲੱਗੇ, ਭਾਈ ਤੂੰ ਆਪਣਾ ਕੰਮ ਕਰ ਲੈ, ਚੁੱਪ ਕਰਕੇ ਤੈਨੂੰ ਬੁਲਾਇਆ ਨਹੀਂ। ਤੇ ਉਸ ਵੇਲੇ ਭਾਈ ਗੋਦੜੀਆ ਜੀ ਦੇ ਮੁਖ ਤੋਂ ਬਚਨ ਨਿਕਲ ਗਏ ਵੀ ਤੂੰ ਕਿਉਂ ਆਫਰਿਆ ਫਿਰਦਾ ਹੈ, ਵੀ ਇਹਦੇ ਵਿੱਚ ਕਿਉਂ ਤੂੰ ਹੰਕਾਰ ਕਰਦਾ ਹੈ। ਤੇ ਸਾਧ ਸੰਗਤ ਜੀ ਭਾਈ ਗੋਰਾ ਜੀ ਨੂੰ ਉਸੀ ਵੇਲੇ ਫਾਰਾ ਚੜ੍ਹ ਗਿਆ। ਜਦੋਂ ਫਾਰਾ ਚੜ੍ਹਿਆ ਬੜਾ ਦੁਖੀ ਹੋਇਆ ਤੇ ਆ ਕਰਕੇ ਭਾਈ ਗੋਦੜੀਏ ਦੇ ਚਰਨਾਂ ਵਿੱਚ ਬਖਸ਼ਿਸ਼ ਕੀਤੀ, ਬੇਨਤੀ ਕੀਤੀ। ਤੇ ਸਾਧ ਸੰਗਤ ਜੀ ਭਾਈ ਗੋਦੜੀਆ ਜੀ ਐਸੇ ਸਾਧ ਸੰਗਤ ਜੀ ਮਹਾਂਪੁਰਖ ਸਨ, 21 ਪਾਠ ਹਰ ਰੋਜ਼ ਕਰਦੇ ਸਨ। 21 ਪਾਠ ਹਰ ਰੋਜ਼ ਕਰਨੇ ਤੇ ਨੇਮ ਦੇ ਕਰਨੇ। ਤੇ ਇਹਨਾਂ ਉਹਨਾਂ ਦੀ ਬਾਣੀ ਦੇ ਵਿੱਚ ਬਲ ਹੋ ਗਿਆ, ਜੋ ਵੀ ਬੋਲਦੇ ਸਨ ਉਹੀ ਸਤ ਹੋ ਜਾਂਦੇ ਸੀ। ਆਖੋ ਸਤਨਾਮ। ਐਸੀ ਉਹਨਾਂ ਦੇ ਉੱਤੇ ਬਖਸ਼ਿਸ਼ ਹੁੰਦੀ ਸੀ। ਤੇ ਸਾਧ ਸੰਗਤ ਜੀ ਤੇ ਇਸ ਤਰ੍ਹਾਂ ਜਿਹੜੇ ਕਰਮਖੰਡ ਦੇ ਵਿੱਚ ਨਾ ਜਿਨ੍ਹਾਂ ਦੇ ਉੱਤੇ ਬਖਸ਼ਿਸ਼ ਹੈ, ਜਿਨ੍ਹਾਂ ਨੇ ਕਮਾਈਆਂ ਕੀਤੀਆਂ ਨੇ, ਜਿਹੜੇ ਸਿਮਰਨ ਅਭਿਆਸ ਕਰਦੇ ਨੇ, ਉਹਨਾਂ ਦੀ ਬਾਣੀ ਦੇ ਵਿੱਚ ਜ਼ੋਰ ਪੈਦਾ ਹੋ ਜਾਂਦਾ ਹੈ। ਜੋ ਵੀ ਮੁੱਖ ਦੇ ਬੋਲਦੇ ਨੇ ਉਹੀ ਸਤ ਹੋ ਜਾਂਦਾ ਹੈ। ਜ਼ੋਰ ਨਾਮ ਜੁੜਨੇ ਦਾ ਵੀ ਹੈ। ਤੇ ਸਾਧ ਸੰਗਤ ਜੀ ਜਿਹੜਾ ਮਹਾਰਾਜ ਕਹਿੰਦੇ ਕਰਮਖੰਡ ਦੇ ਵਿੱਚ ਅਵਸਥਾ, ਜਿਹੜਾ ਕਮਾਈ ਕਰਨ ਵਾਲਾ ਜਿਹਦੇ ਉੱਤੇ ਬਖਸ਼ਿਸ਼ ਹੋਊਗੀ ਤੇ ਉਹਦੀ ਬਾਣੀ ਜੋ ਬੋਲਦਾ ਨਾ ਤੇ ਉਹ ਜੋੜ ਲੈਂਦਾ ਹੈ। ਤੇ ਸਾਧ ਸੰਗਤ ਜੀ ਮਹਾਂਪੁਰਖ ਦੇਖੇ ਆਪ ਜੀ ਨੇ, ਮਹਾਂਪੁਰਖ ਬਾਬਾ ਗੁਰਬਚਨ ਸਿੰਘ ਜੀ ਖਾਲਸਾ, ਬਾਬਾ ਮੋਹਨ ਸਿੰਘ ਜੀ, ਬਾਬਾ ਸੁੰਦਰ ਸਿੰਘ ਜੀ, ਬਾਬਾ ਮਹੰਤ ਗਿਆਨੀ ਕਪੂਰ ਸਿੰਘ ਜੀ। ਤੇ ਸਾਧ ਸੰਗਤ ਜੀ ਜਦੋਂ ਇਹ ਬਚਨ ਵੀ ਕਰਦੇ, ਹੋਰ ਬੜੇ ਮਹਾਂਪੁਰਖ ਨੇ ਸਾਧ ਸੰਗਤ ਜੀ ਜਿਨ੍ਹਾਂ ਨੇ ਰਹਿਣੀ ਬਹਿਣੀ ਦੇ ਵਿੱਚ ਭਰਪੂਰਨ ਕੀਤਾ ਹੈ। ਜਦੋਂ ਵੀ ਉਹ ਬੋਲਣਾ ਨਾ ਉਹਨਾਂ ਨੇ ਬਚਨ ਬੋਲਣੇ ਨੇ ਤੇ ਸਾਧ ਸੰਗਤ ਜੀ ਸੰਗਤ ਨੂੰ ਇਸ ਤਰ੍ਹਾਂ ਬੰਨ੍ਹ ਜਾਂਦੇ, ਕੋਈ ਸਾਧ ਸੰਗਤ ਜੀ ਕਿਸੇ ਪ੍ਰਕਾਰ ਦੀ ਵੀ ਆਵਾਜ਼ ਨਹੀਂ ਆਉਂਦੀ ਸੀ। ਤੇ ਸਾਧ ਸੰਗਤ ਜੀ ਐਸੇ ਮਹਾਂਪੁਰਖ ਹੁੰਦੇ ਸਨ। ਬਾਬਾ ਸੁੰਦਰ ਸਿੰਘ ਜੀ ਕਹਿੰਦੇ ਜਿੱਥੇ ਤੱਕ ਸਾਡੀ ਨਿਗਾਹ ਚਲੀ ਜਾਂਦੀ ਸੀ ਤੇ ਸੰਗਤ ਬੰਨ੍ਹ ਹੀ ਜਾਂਦੀ ਸੀ। ਕੋਈ ਵੀ ਸਾਧ ਸੰਗਤ ਜੀ ਸਾਰਿਆਂ ਦੇ ਮਨ ਜਿੰਨੇ ਵੀ ਨੇ ਉਹਨਾਂ ਦੇ ਸਾਧ ਸੰਗਤ ਜੀ ਜਿਸ ਤਰ੍ਹਾਂ ਬਚਨ ਬੋਲਦੇ ਉਹੀ ਬਿੰਨੇ ਜਾਂਦੇ ਸੀ। ਜਿੱਦਾਂ ਸਾਧ ਸੰਗਤ ਜੀ ਰਫਲ ਦੇ ਵਿੱਚ ਗੋਲੀ ਪਾ ਦੀਏ ਨਾ ਤੇ ਉਹ ਜਾ ਕਰਕੇ ਵੱਜਦੀ ਹੈ ਨਾ, ਤੇ ਸਾਧ ਸੰਗਤ ਜੀ ਇਸੇ ਤਰ੍ਹਾਂ ਉਹਨਾਂ ਦੇ ਬਚਨ ਹੁੰਦੇ ਨੇ। ਜਿਸ ਤਰ੍ਹਾਂ ਸਾਧ ਸੰਗਤ ਜੀ ਬਚਨ ਕਰਦੇ ਨੇ ਤੇ ਫਿਰ ਨਾਲ ਹੀ ਜੁੜ ਜਾਂਦੇ ਨੇ। ਤੇ ਸਾਧ ਸੰਗਤ ਜੀ ਐਸੇ ਮਹਾਂਪੁਰਖਾਂ ਦੇ ਬਚਨ ਬਖਸ਼ਿਸ਼ ਵਾਲਿਆਂ ਦੇ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਕਿਰਪਾ ਹੁੰਦੀ ਹੈ। ਹੋਰ ਨਾ ਕੋਈ ਹੋਰ। ਮਹਾਰਾਜ ਕਹਿੰਦੇ ਫਿਰ ਉਹਨਾਂ ਵਰਗਾ ਹੋਰ ਕੋਈ ਨਹੀਂ ਹੁੰਦਾ। ਤੇ ਸਾਧ ਜਿੱਥੇ ਕਰਮਖੰਡ ਦੇ ਵਿੱਚ ਗੁਰਸਿੱਖਾਂ ਦੀ ਅਵਸਥਾ ਪਹੁੰਚ ਜਾਂਦੀ ਹੈ ਨਾ, ਭਾਵੇਂ ਉਪਾਸਨਾ ਕਰਨ ਵਾਲੇ ਬੜੇ ਨੇ, ਕੋਈ ਦੇਵਤਿਆਂ ਦੀ ਉਪਾਸਨਾ ਕਰਦਾ ਹੈ, ਕੋਈ ਕਿਸੇ ਦੀ, ਕੋਈ ਕਿਸੇ ਦੀ, ਪਰ ਜਿਸ ਗੁਰਸਿੱਖਾਂ ਦੀ ਅਵਸਥਾ ਪਹੁੰਚ ਜਾਂਦੀ ਹੈ ਕਰਮਖੰਡ ਦੇ ਵਿੱਚ, ਉਹਨਾਂ ਦੇ ਬਰਾਬਰ ਫਿਰ ਹੋਰ ਕੋਈ ਅਵਸਥਾ ਵਾਲਾ, ਕੋਈ ਹੋਰ ਕੋਈ ਉਪਾਸਨਾ ਵਾਲਾ, ਕੋਈ ਹੋਰ ਉਹਨਾਂ ਦੇ ਬਰਾਬਰ ਨਹੀਂ ਪਹੁੰਚ ਸਕਦਾ। ਤੇ ਸਾਧ ਸੰਗਤ ਜੀ ਉੱਥੇ ਇਹੀ ਯੋਧੇ ਸੂਰਮੇ ਬਾਹੰਬਲੀ ਸੂਰਮੇ ਹਨ। ਤੇ ਸਾਧ ਸੰਗਤ ਜੀ ਸੂਰਮੇ ਨੇ ਜਿਹੜੇ ਇੱਕ ਸਾਧ ਸੰਗਤ ਜੀ ਜਿਹੜੇ ਨੇ ਸੂਰਮੇ ਨੇ, ਰਥੀ ਹੁੰਦੇ ਨੇ, ਇੱਕ ਮਹਾਰਥੀ ਹੁੰਦੇ ਨੇ, ਇੱਕ ਅੱਤ ਰਥੀ ਹੁੰਦੇ ਨੇ। ਤੇ ਸਾਧ ਸੰਗਤ ਜੀ ਇੱਕ 100 ਦੇ ਨਾਲ ਲੜ ਸਕਦਾ ਹੈ, ਇੱਕ ਰਥੀ ਕਹਿੰਦੇ ਨੇ। ਤੇ ਜਿਹੜਾ ਹਜ਼ਾਰਾਂ ਦੇ ਨਾਲ ਲੜੇ ਉਹਨੂੰ ਮਹਾਰਥੀ ਕਹਿੰਦੇ ਨੇ, ਜਿਹੜਾ ਬੇਅੰਤਾਂ ਦੇ ਨਾਲ ਲੜੇ ਉਹਨੂੰ ਅੱਤ ਰਥੀ ਕਹਿੰਦੇ ਨੇ। ਤੇ ਸਾਧ ਸੰਗਤ ਜਿਹੜਾ ਆਪਣੇ ਇੰਦਰੀਆਂ ਤੇ ਸਰੀਰ ਦੇ ਕਾਬੂ ਰੱਖੇ ਉਹਨੂੰ ਰਥੀ ਕਹਿੰਦੇ ਨੇ। ਤੇ ਸਾਧ ਸੰਗਤ ਜੀ ਇਸੇ ਤਰ੍ਹਾਂ ਜਿਹੜਾ ਆਪਣੇ 10 ਇੰਦਰੀਆਂ ਤੇ ਹੋਰ ਤੇ ਸਾਧ ਸੰਗਤ ਜੀ ਉਹਨਾਂ ਤੇ ਕਾਬੂ ਪਾ ਕਰਕੇ ਰੱਖੇ ਤੇ ਉਹਨਾਂ ਨੂੰ ਵੀ ਜਾਣਨਾ ਦੇ, ਉਹਨਾਂ ਨੂੰ ਮਹਾਰਥੀ ਕਹਿੰਦੇ ਨੇ। ਅੱਤ ਰਥੀ ਹੁੰਦਾ ਜਿਹੜਾ ਆਪਣੇ ਮਨ ਤੇ ਕਾਬੂ ਪਾ ਕਰਕੇ ਰੱਖੇ ਤੇ ਮਨ ਨੂੰ ਵੀ ਨਾ ਜਾਣ ਦੇਵੇ, ਉਹਨੂੰ ਮਹਾਰਥੀ ਕਹਿੰਦੇ ਨੇ। ਇਸੇ ਤਰ੍ਹਾਂ ਸਾਧ ਸੰਗਤ ਜੀ ਹੋਰ ਵੀ ਬੜੇ ਅਰਥ ਨੇ, ਪਰ ਮਹਾਰਾਜ ਜੀ ਕਹਿੰਦੇ ਜਿਹੜੇ ਯੋਧ ਮਹਾਂਬਲੀ ਸੂਰਮੇ ਹੁੰਦੇ ਹਨ। ਤੇ ਮਹਾਰਾਜ ਕਹਿੰਦੇ ਐਸੇ ਸੂਰਮੇ ਕਰਮਖੰਡ ਦੇ ਵਿੱਚ ਫਿਰ ਮਹਾਰਾਜ ਕਹਿੰਦੇ ਉਹਨਾਂ ਦੇ ਹਿਰਦਿਆਂ ਦੇ ਅੰਦਰ ਹਮੇਸ਼ਾ ਵਾਹਿਗੁਰੂ ਪਰਮੇਸ਼ਰ ਹੀ ਵਸਦਾ ਰਹਿੰਦਾ ਹੈ।
ਤੇ ਭਰਪੂਰ ਪਰਿਪੂਰਨ ਰਹਿੰਦਾ ਹੈ। ਹਰ ਵੇਲੇ ਸਿਮਰਨ ਦੇ ਵਿੱਚ ਰਹਿੰਦੇ ਨੇ, ਵਾਹਿਗੁਰੂ ਦੇ ਵਿੱਚ ਜੁੜੇ ਹੀ ਰਹਿੰਦੇ ਨੇ। ਤੇ ਸਾਧ ਸੰਗਤ ਜੀ ਮਹਾਰਾਜ ਦੱਸਦੇ ਨੇ ਇਹਨਾਂ ਦਾ ਪਾਠਾਂ ਦਾ ਵੀ ਨਿਰਣਾ ਕਰਨਾ ਹੈ। ਮਹਾਰਾਜ ਕਹਿੰਦੇ ਕਰਮ ਖੰਡ ਕੀ ਬਾਣੀ ਜੋਰ। ਤੇ ਸਾਧ ਸੰਗਤ ਜੀ ਇੱਥੇ ਕਰਮ ਪੋਲਾ ਬੋਲਣਾ, ਕਰਮ ਦੇ ਕਰਮ ਨਹੀਂ ਕਹਿਣਾ। ਤੇ ਇਸ 'ਤੇ ਕਰਮ ਕੱਕਾ ਰਾਰਾ ਮਮਾ ਕਰਮ ਖੰਡ ਕੀ ਬਾਣੀ ਜੋਰ। ਇੱਥੇ ਜੋਰ ਨਹੀਂ ਕਹਿਣਾ ਕਿ ਵੀ ਜੋਰ ਕਹਿ ਦਿੰਦੇ, ਜੋਰ ਜੱਜੇ ਨੂੰ ਹੋੜਾ ਲੱਗਿਆ ਹੋਇਆ ਹੈ, ਇਸ ਕਰਕੇ ਇਹਨੂੰ ਲੰਮੀ ਆਵਾਜ਼ ਵਿੱਚ ਥੋੜ੍ਹਾ ਬੋਲਾਂਗੇ, ਜੋਰ। ਤੇ ਸਾਧ ਸੰਗਤ ਜੀ ਤਿੱਥਾ, ਫਿਰ ਤੱਤੇ ਨੂੰ ਸਿਆਰੀ ਤੱਤੇ ਨੂੰ ਦਲਾਮਾ ਹੈ, ਤਿੱਥਾ ਹੋਰ ਨਾ ਕੋਈ ਹੋਰ। ਇਹ ਵੀ ਸਾਧ ਸੰਗਤ ਜੀ ਹੋੜੇ ਦੇ ਨਾਲ ਉਚਾਰਨ ਕਰਨਾ ਹੈ, ਹੋਰ ਨਾ। ਇੱਥੇ ਨੰਨਾ ਮੁਕਤਾ ਬੋਲਣਾ ਹੈ, ਕੋਈ ਹੋਰ। ਇਸ ਤਰ੍ਹਾਂ ਸਾਧ ਸੰਗਤ ਜੀ ਪਾਠਾਂ ਦਾ ਨਿਰਣਾ ਕਰਨਾ ਹੈ। ਫਿਰ ਤਿੱਥੈ ਜੋਧ ਮਹਾਬਲ ਸੂਰ। ਤੇ ਸਾਧ ਸੰਗਤ ਜੀ ਇਸ ਤਰ੍ਹਾਂ ਹੀ ਉਚਾਰਨ ਕਰਨਾ ਹੈ, ਤਿੱਥੈ ਦਲਾਮਾਂ ਦੇ ਨਾਲ, ਜੋਧ ਮਹਾਬਲ ਸੂਰ। ਸੂਰ ਸਾਧ ਸੰਗਤ ਜੀ ਦਲੈਂਕਰ ਦੇ ਨਾਲ, ਸੂਰ ਹੀ ਪਾਠ ਉਚਾਰਨ ਕਰਨਾ ਹੈ। ਤਿਨ ਮਹਿ ਰਾਮ ਰਹਿਆ ਭਰਪੂਰ। ਫਿਰ ਇੱਥੇ ਤਿੰਨ ਮਹਿ, ਤੇ ਸਾਧ ਸੰਗਤ ਜੀ ਤਿੰਨ ਮਹਿ ਹੀ ਵਿਸ਼ਰਾਮ ਲਾਉਣਾ ਹੈ। ਰਾਮ ਰਿਹਾ, ਰਿਹਾ ਹੀ ਪਾਠ ਉਚਾਰਨ ਕਰਨਾ ਹੈ। ਕਈ ਵਾਰ ਅਸੀਂ ਰਿਹਾ ਕਹਿ ਦਿੰਦੇ, ਰਿਹਾ ਨਹੀਂ, ਰਾਰਾ ਮੁਕਤਾ ਹੈ, ਰਹਿਆ। ਤੇ ਸਾਧ ਸੰਗਤ ਜੀ ਇਸ ਤਰ੍ਹਾਂ ਪਾਠ ਕਰਨਾ ਹੈ, ਭਰਪੂਰ। ਤੇ ਭਰਪੂਰ ਨਹੀਂ ਕਹਿਣਾ, ਭਰਪੂਰ ਕਹਿ ਦਿੰਦੇ ਕਈ ਵਾਰੀ। ਤੇ ਸਾਧ ਸੰਗਤ ਜੀ ਧਿਆਨ ਦੇ ਨਾਲ ਪੱਪਾ ਰਾਰਾ ਭਰ ਪੂਰ, ਪੱਪੇ ਨੂੰ ਦਲੈਂਕੜ ਲਾ ਕਰਕੇ ਪੂਰ ਹੀ ਪਾਠ ਉਚਾਰਨ ਕਰਨਾ ਹੈ। ਮਹਾਰਾਜ ਕਹਿੰਦੇ ਫਿਰ ਜਿਨ੍ਹਾਂ ਦਾ ਹਿਰਦਾ ਨਾ ਵਾਹਿਗੁਰੂ ਦੀ ਪਰਮੇਸ਼ਰ ਦੀ ਨਾਮ ਦੇ ਵਿੱਚ ਮਹਿਮਾ ਦੇ ਵਿੱਚ ਸਿਵਾ ਗਿਆ, ਫਿਰ ਉਹਦੇ ਜਿਹੜੇ ਰੂਪ ਨੇ ਨਾ, ਤੇ ਫਿਰ ਉਹ ਕਥੇ ਨਹੀਂ ਜਾ ਸਕਦੇ, ਉਹਨਾਂ ਬਾਰੇ ਕੋਈ ਬਿਆਨ ਨਹੀਂ ਕਰ ਸਕਦਾ, ਦੱਸ ਨਹੀਂ ਸਕਦਾ। ਤੇ ਸਾਧ ਸੰਗਤ ਜੀ ਜਿਨ੍ਹਾਂ ਦਾ ਰੂਪ ਉਸ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਦੇ ਵਿੱਚ ਸੀਤੋ ਸੀਤਾ ਭਾਵ ਸਿਵਾ ਗਿਆ ਹੈ। ਤੇ ਸਾਧ ਸੰਗਤ ਜੀ ਜਿਸ ਤਰ੍ਹਾਂ ਭਗਵਾਨ ਰਾਮ ਜੀ ਹਨ, ਭਗਵਾਨ ਰਾਮ ਜੀ ਦੀ ਜੋ ਸੀਤਾ ਸੀ, ਤੇ ਉਹਦਾ ਜਿਹੜਾ ਹਿਰਦਾ ਸੀ ਨਾ ਹਰ ਵੇਲੇ ਭਗਵਾਨ ਰਾਮ ਜੀ ਦੇ ਆਪਣੇ ਪਤੀ ਦੇ ਵਿੱਚ ਹੀ ਰਹਿੰਦਾ ਸੀ। ਤੇ ਸਾਧ ਸੰਗਤ ਜੀ ਤੇ ਜਦੋਂ ਵਾਪਸ ਆਈ ਅਯੋਧਿਆ, ਤੇ ਫਿਰ ਜਦੋਂ ਸ਼ੰਕਾ ਹੋਈ, ਕਹਿੰਦੀ ਧਰਤੀ ਨੇ ਕਹਿੰਦੀ ਜੇ ਮੈਂ ਸਤੀ ਪ੍ਰਧਾਨਾ ਤਾਂ ਫਿਰ ਮੈਂ ਜਿਹੜੀ ਧਰਤੀ ਹੈ ਉਹ ਮੈਨੂੰ ਥਾਂ ਦੇ ਦੇਵੇ। ਤੇ ਸਾਧ ਸੰਗਤ ਜੀ ਜਦੋਂ ਧਰਤੀ ਪੜੀ ਤੇ ਧਰਤੀ ਦੇ ਵਿੱਚ ਸਮਾ ਗਈ ਸੀ ਸੀਤਾ। ਤੇ ਸਾਧ ਸੰਗਤ ਜੀ ਇਸੇ ਤਰ੍ਹਾਂ ਹਰ ਵੇਲੇ ਜਿਹੜੇ ਪਰਮੇਸ਼ਰ ਦੇ ਪਿਆਰੇ ਹਨ, ਨਾਮ ਜਪਣ ਵਾਲੇ, ਤੇ ਸਾਧ ਸੰਗਤ ਜੀ ਜਦੋਂ ਸਾਰ ਕਰਮ ਖੰਡ ਦੇ ਅੰਦਰ ਫਿਰ ਉਹਨਾਂ ਦਾ ਜਿਹੜਾ ਹਿਰਦਾ ਨਾ ਐਸੀ ਬਖਸ਼ਿਸ਼ ਹੋ ਜਾਂਦੀ ਹੈ, ਉਹਨਾਂ ਦਾ ਹਿਰਦਾ ਵਾਹਿਗੁਰੂ ਦੀ ਪਰਮੇਸ਼ਰ ਦੀ ਮਹਿਮਾ ਦੇ ਵਿੱਚ ਨਾਮ ਦੇ ਵਿੱਚ ਸਿਵਾ ਜਾਂਦਾ ਹੈ। ਫਿਰ ਉਹਨਾਂ ਦਾ ਐਸਾ ਰੂਪ ਅਚਰਜ ਹੋ ਜਾਂਦਾ ਹੈ ਵੀ ਉਹਨਾਂ ਬਾਰੇ ਕੁਝ ਦੱਸਿਆ ਨਹੀਂ ਜਾਂਦਾ। ਤੇ ਸਾਧ ਸੰਗਤ ਜੀ ਤੇ ਪਾਠ ਹੈ ਤਿੱਥਾ ਸੀਤੋ ਸੀਤਾ। ਇੱਥੇ ਸੱਸੇ ਨੂੰ ਬਿਹਾਰੀ ਤੱਤੇ ਨੂੰ ਹੋੜਾ ਸੀਤੋ, ਤੇ ਸੀਤਾ ਸੱਸੇ ਨੂੰ ਬਿਹਾਰੀ ਤੱਤੇ ਨੂੰ ਕਰਨਾ ਸੀਤਾ। ਸੀਤਾ ਨਹੀਂ ਕਹਿਣਾ, ਸੱਸੇ ਨੂੰ ਸਿਹਾਰੀ ਵੀ ਲੱਗ ਜਾਂਦੀ ਹੈ। ਤੇ ਇੱਥੇ ਪਾਠਾਂ ਦਾ ਧਿਆਨ ਰੱਖਣਾ, ਸੀਤਾ ਤੇ ਮਹਿਮਾ ਮਾਹੇ, ਮੰਮੇ ਨੂੰ ਕੰਨਾ ਖਿੱਚ ਕੇ ਹਾਏ ਸਿਹਾਰੀ ਲਾਣੀ ਹੈ, ਮਾਹੇ। ਤੇ ਸਾਧ ਸੰਗਤ ਜੀ ਤਾ ਕੇ ਰੂਪ, ਤੇ ਇਹ ਵੀ ਸਾਧ ਸੰਗਤ ਜੀ ਇਸ ਤਰ੍ਹਾਂ ਹੀ ਪਾਠ ਕਰਨਾ ਹੈ। ਨਾ ਕਥਨੇ ਜਾਹੇ, ਤੇ ਸਾਧ ਸੰਗਤ ਜੀ ਨੰਨਾ ਮੁਕਤਾ ਨਾ ਕਥਨੇ, ਕਥਨੇ ਕਥਨੇ ਨਹੀਂ ਕਹਿਣਾ, ਕਥਨੇ। ਤੇ ਸਾਧ ਸੰਗਤ ਜੀ ਨੰਨੇ ਨੂੰ ਲਾ ਲੱਗੀ ਹੋਈ ਹੈ, ਕਥਨੇ। ਇਹ ਤਾਂ ਲੰਮੀ ਆਵਾਜ਼ ਵਿੱਚ ਬੋਲਣਾ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਗਿਆ ਨਾ, ਤੇ ਉਹਨਾਂ ਨੂੰ ਸੋਝੀ ਹੋ ਜਾਂਦੀ ਹੈ, ਉਹਨਾਂ ਨੂੰ ਫਿਰ ਕਾਲ ਰੂਪ ਵੀ ਨਹੀਂ ਆਉਂਦਾ, ਤੇ ਨਾ ਉਹ ਮਰਦੇ ਨੇ ਨਾ ਉਹ ਠੱਗੇ ਜਾਂਦੇ ਨੇ। ਤੇ ਸਾਧ ਸੰਗਤ ਜੀ ਰਾਸਤੇ ਦੇ ਅੰਦਰ ਜਿਹੜੇ ਜਮਦੂਤ ਨੇ ਨਾ, ਉਹਨਾਂ ਨੂੰ ਠੱਗ ਨਹੀਂ ਸਕਦੇ।
ਜਿਸ ਤਰ੍ਹਾਂ ਕਰਮਕੰਡੀ ਜਿਹੜੇ ਨੇ ਉਹਨਾਂ ਨੂੰ ਰਾਸਤੇ ਦੇ ਅੰਦਰ ਜਿਹੜੇ ਪੁੰਨ ਕਰਨ ਵਾਲੇ ਨੇ ਜਮਦੂਤ ਖੋਲ੍ਹ ਲੈਂਦੇ ਨਾ ਰਾਸਤੇ ਦੇ ਵਿੱਚ ਹੀ। ਅਤੇ ਸਾਧ ਸੰਗਤ ਜਿਹੜੇ ਨਾਮ ਸਿਮਰਨ ਜਪਣ ਵਾਲੇ ਨੇ ਮਹਾਰਾਜ ਕਹਿੰਦੇ ਉਹਨਾਂ ਨੂੰ ਫਿਰ ਠੱਗ ਨਹੀਂ ਕੋਈ ਸਕਦਾ। ਅਤੇ ਸਾਧ ਸੰਗਤ ਨਾ ਉਹ ਮਰਦੇ ਹਨ ਜਿਨ ਕੈ ਨਾਮ ਵਸੈ ਮਨ ਮਾਹਿ। ਜਿਨ੍ਹਾਂ ਦੇ ਹਿਰਦੇ ਦੇ ਅੰਦਰ ਵਾਹਿਗੁਰੂ ਆਪ ਵਸਦਾ ਹੈ ਮਨ ਦੇ ਵਿੱਚ। ਤਿਥੈ ਭਗਤ ਵਸੈ ਤੇ ਲੋ। ਅਤੇ ਸਾਧ ਸੰਗਤ ਜੀ ਜਿੱਥੇ ਭਗਤ ਵਸਦੇ ਹਨ ਕਿ ਲੋਕ ਦੇ ਅੰਦਰ। ਅਤੇ ਸਾਧ ਸੰਗਤ ਜੀ ਇਸੇ ਲੋਕ ਦੇ ਅੰਦਰ ਕਈ ਲੋਕਾਂ ਦੇ ਭਗਤ ਵਸਦੇ ਨੇ। ਕਰਹਿ ਆਨੰਦ ਸੱਚਾ ਮਨ ਸੋਏ। ਅਤੇ ਸਾਧ ਸੰਗਤ ਜੀ ਉਸ ਵਾਹਿਗੁਰੂ ਕਿਰਪਾ ਕਰਦਾ ਹੈ ਕਹਿੰਦੇ ਕਰਹਿ ਆਨੰਦ। ਫਿਰ ਆਨੰਦ ਸਹਿਤ। ਅਤੇ ਸਾਧ ਸੰਗਤ ਜੀ ਜਿਨ੍ਹਾਂ ਦੇ ਵਿੱਚ ਸੱਚਾ ਵਾਹਿਗੁਰੂ ਮਨ ਦੇ ਅੰਦਰ ਵਸਦਾ ਨਾ, ਜੇ ਉਹਦੀ ਸੋਭਾ ਦੇ ਨਾਲ ਮਨ ਦੱਸਦੇ ਨੇ ਵੀ ਕਰਮਖੰਡ ਦੇ ਅੰਦਰ ਅਤੇ ਸਾਧ ਸੰਗਤ ਜੀ ਸੱਚਾ ਪ੍ਰਭੂ ਵਸਦਾ ਹੈ ਨਾ। ਅਤੇ ਫਿਰ ਉਹ ਜਿਹੜੇ ਵਾਹਿਗੁਰੂ ਦੇ ਜਿੱਥੇ ਕਰਮਖੰਡ ਆ ਨਾ, ਅਤੇ ਮਹਾਰਾਜ ਕਹਿੰਦੇ ਤਿੱਥੈ ਭਗਤ ਵਸੈ ਹੈ। ਅਤੇ ਉਹ ਭਗਤ ਆਨੰਦ ਸਹਿਤ ਵਸਦੇ ਹਨ। ਸੱਚਖੰਡ ਵਸੈ ਨਿਰੰਕਾਰ। ਅਤੇ ਉਹ ਮੰਜ਼ਿਲ ਦੇ ਉੱਤੇ ਅਤੇ ਸਾਧ ਸੰਗਤ ਜੀ ਉਹ ਭਗਤ ਜਨ ਉਹ ਗੁਰਸਿੱਖ ਜਨ ਮਹਾਰਾਜ ਕਹਿੰਦੇ ਉਸ ਲੋਕ ਦੇ ਅੰਦਰ ਵਸਦੇ ਨੇ। ਇਹ ਕਰਮਖੰਡ ਦੇ ਮਹਾਰਾਜ ਨਿਰਣਾ ਕਰ ਰਹੇ ਨੇ। ਅੱਗੇ ਮਹਾਰਾਜ ਜੀ ਸਾਧ ਸੰਗਤ ਜਿੱਥੇ ਪਾਠ ਹੈ ਤਿੱਥੈ ਭਗਤ ਵਸੈ ਹੈ। ਇਹ ਵਾਵਾ ਸੱਸਾ ਹੈ ਸਿਆਰੀਏ ਵਸੈ ਹੈ। ਇਸ ਤਰ੍ਹਾਂ ਪਾਠ ਉਚਾਰਨ ਕਰਨਾ ਹੈ। ਫਿਰ ਅੱਗੇ ਲੋ ਲਲਕ ਅਤੇ ਸਾਧ ਸੰਗਤ ਜੀ ਕੱਕੇ ਨੂੰ ਲਾ ਕੇ ਫਿਰ ਅੱਗੇ ਲੱਲੇ ਨੂੰ ਹੋੜਾ ਲੋ ਲੱਲੇ ਨੂੰ ਹੋੜਾ ਅਤੇ ਆੜਾ ਹੀ ਉਚਾਰਨ ਕਰਨਾ ਹੈ। ਅਤੇ ਸਾਧ ਸੰਗਤ ਜੀ ਅੱਗੇ ਪਾਠ ਹੈ ਕਰਹਿ ਆਨੰਦ ਸੱਚਾ ਮਨ ਸੋਏ। ਅਤੇ ਸੱਚਾ ਇਹ ਵੀ ਸਾਧ ਸੰਗਤ ਜੀ ਅਦਕ ਲਾ ਕੇ ਸੱਚਾ ਮਨ ਸਾਧ ਸੰਗਤ ਜੀ ਪੋਲਾ ਜਾ ਅਤੇ ਸੋਏ ਸੱਸੇ ਨੂੰ ਹੋੜਾ ਜਿਹੜੀ ਸਿਹਾਰੀ ਹੈ ਇਸ ਨੂੰ ਸੋਈ ਨਹੀਂ ਕਹਿਣਾ। ਇਸ ਕਰਕੇ ਇਹਨੂੰ ਸੋਏ ਸੱਸੇ ਨੂੰ ਹੋੜਾ ਲਾ ਕਰਕੇ ਲੰਮੀ ਆਵਾਜ਼ ਵਿੱਚ ਖਿੱਚ ਕੇ ਬੋਲਣਾ ਹੈ। ਸੱਚਖੰਡ ਵਸੈ ਨਿਰੰਕਾਰ। ਫਿਰ ਮਹਾਰਾਜ ਕੇ ਸੱਚਖੰਡ ਦੀ ਅਵਸਥਾ ਦੱਸਦੇ ਨੇ। ਮਹਾਰਾਜ ਕਹਿੰਦੇ ਸੱਚਖੰਡ ਦੇ ਵਿੱਚ ਉਹ ਵਾਹਿਗੁਰੂ ਨਿਰੰਕਾਰ ਸਰੂਪ ਵਾਹਿਗੁਰੂ ਆਪ ਵਸਦਾ ਹੈ। ਕਰ ਕਰ ਵੇਖੈ ਨਦਰ ਨਿਹਾਲ। ਫਿਰ ਉਹ ਸੱਚਖੰਡ ਦੇ ਵਿੱਚ ਸਰੀਰ ਨਹੀਂ ਹੈ, ਉੱਥੇ ਨਿਰੰਕਾਰ ਹੈ, ਆਕਾਰ ਕੋਈ ਨਹੀਂ ਹੈ। ਅਕਾਲ ਪੁਰਖ ਵਾਹਿਗੁਰੂ ਆਪ ਵਸਦਾ ਹੈ। ਅਤੇ ਉਹ ਫਿਰ ਆਪਣੀ ਨਜ਼ਰ ਦੇ ਨਾਲ ਮਿਹਰ ਦੀ ਨਜ਼ਰ ਦੇ ਨਾਲ ਕਰ ਕਰਕੇ ਫਿਰ ਆਪ ਹੀ ਵੇਖਦਾ ਹੈ। ਤਥੈ ਖੰਡ ਮੰਡਲ ਵਰ ਖੰਡ। ਅਤੇ ਫਿਰ ਸਾਧ ਸੰਗਤ ਜੀ ਉਸ ਸੱਚਖੰਡ ਦੇ ਅੰਦਰ ਕੋਈ ਆਕਾਰ ਨਹੀਂ ਹੈ, ਨਾ ਉੱਥੇ ਖੰਡ ਨੇ 9 ਖੰਡ ਨੇ ਮੰਡਲ ਨੇ ਗੋਲਾਕਾਰ ਆਦਿਕ ਮਾਰ ਸਾਧ ਸੰਗਤ ਜੀ ਜਿਹੜਾ ਨਾ ਉੱਥੇ ਵਰਭੰਡ ਬ੍ਰਹਮੰਡ ਆਦਿਕ ਉਹ ਵੀ ਨਹੀਂ ਹੈ। ਜੇ ਕੋ ਕਥੈ ਤਾ ਅੰਤ ਨ ਅੰਤ। ਜੇ ਕੋਈ ਸੱਚਖੰਡ ਦੀ ਕਥਨ ਵੀ ਕਰੇ ਨਾ ਦੱਸਿਆ ਵੀ ਜਾਵੇ ਅਤੇ ਸਾਧ ਸੰਗਤ ਜੀ ਉਹਦੀ ਹੱਦ ਬੰਨਾ ਉਹਦਾ ਅੰਤ ਵੀ ਨਹੀਂ ਹੈ। ਕਿਉਂਕਿ ਜੋ ਕਥਨ ਦੇ ਵਿੱਚ ਵੀ ਨਹੀਂ ਹੈ ਉਹ ਦੱਸਿਆ ਨਹੀਂ ਜਾਂਦਾ ਉਸ ਬਾਰੇ। ਤਿਥੈ ਲੋ ਆਕਾਰ। ਅਤੇ ਸਾਧ ਸੰਗਤ ਜੀ ਉੱਥੇ ਫਿਰ ਪ੍ਰਕਾਸ਼ ਹੀ ਪ੍ਰਕਾਸ਼ ਹੈ। ਅਤੇ ਮਹਾਰਾਜ ਕਹਿੰਦੇ ਫਿਰ ਉਹ ਇਤਨਾ ਪ੍ਰਕਾਸ਼ ਹੈ। ਅਤੇ ਸਾਧ ਸੰਗਤ ਜੀ ਉੱਥੇ ਫਿਰ ਮਹਾਰਾਜ ਕਹਿੰਦੇ ਆਕਾਰ। ਅਤੇ ਮਹਾਰਾਜ ਦੇ ਕੀਰਤ ਵਾਰਾ ਅੱਗੇ ਕੁਝ ਵੀ ਨਹੀਂ ਜਿਹੜਾ ਐਸਾ ਨਾ ਮਹਾਰਾਜ ਕਹਿੰਦੇ ਤਿੱਥੈ ਲੋ ਆਕਾਰ। ਅਤੇ ਇਤਨਾ ਪ੍ਰਕਾਸ਼। ਅਤੇ ਸਾਧ ਸੰਗਤ ਜੀ ਉੱਥੇ ਇਤਨਾ ਨੂਰ ਹੀ ਨੂਰ ਹੈ। ਮਹਾਰਾਜ ਕਹਿੰਦੇ ਆਕਾਰ ਹੀ ਆਕਾਰ ਦਿਸਦਾ ਹੈ। ਜਿਵ ਜਿਵ ਹੁਕਮ ਤਵੈ ਤਿਵ। ਅਤੇ ਸਾਧ ਸੰਗਤ ਜੀ ਸੱਚਖੰਡ ਦੇ ਵਿੱਚ ਜਿਸ ਤਰ੍ਹਾਂ ਪਰਮੇਸ਼ਰ ਹੁਕਮ ਕਰਦਾ ਨਾ ਅਤੇ ਉਸੀ ਤਰ੍ਹਾਂ ਹੀ ਸਾਰੇ ਜੀਵ ਆਦਿਕ ਕੀਰਤ ਵਿਹਾਰ ਕਰਦੇ ਨੇ। ਅਤੇ ਉਹ ਉੱਥੇ ਹੀ ਮਹਾਰਾਜ ਜਿਸ ਤਰ੍ਹਾਂ ਉਹਦਾ ਹੁਕਮ ਹੁੰਦਾ ਨਾ ਅਤੇ ਉਸ ਤਰ੍ਹਾਂ ਹੀ ਸੰਸਾਰ ਦੇ ਵਿੱਚ ਹੁੰਦਾ ਹੈ। ਵੇਖੈ ਵਿਗਸੈ ਕਰ ਵਿਚਾਰ। ਅਤੇ ਉਹ ਆਪ ਹੀ ਵੇਖ ਕਰਕੇ ਵੇਖੈ ਵਿਗਸੈ ਅਤੇ ਵੇਖ ਕਰਕੇ ਵੇਖੈ
ਤੇ ਖੈ ਨਾਮ ਨਾਸਦਾ ਵੀ ਹੈ, ਤੇ ਪੈਦਾ ਵੀ ਕਰਦਾ ਹੈ, ਨਾਸ ਵੀ ਕਰਦਾ ਹੈ, ਤੇ ਉਹ ਸਾਧ ਸੰਗਤ ਜੀ ਆਪ ਹੀ ਵਿਕਸੈ, ਆਪ ਹੀ ਖੁਸ਼ ਹੁੰਦਾ ਹੈ। ਤੇ ਕਰ ਵਿਚਾਰ, ਇਸ ਤਰ੍ਹਾਂ ਆਪ ਹੀ ਵਿਚਾਰ ਕਰਕੇ ਨਾਨਕ ਕਥਨਾ ਕਰੜਾ ਸਾਰ। ਪਰ ਉਹ ਐਸੇ ਸੱਚਖੰਡ ਆ ਜਿਹੜਾ ਨਾ ਬਹੁਤ ਔਖਾ ਹੈ। ਤੇ ਸਾਧ ਸੰਗਤ ਜੀ ਸਿੱਧਾ ਨੂੰ ਮਾਰਾ ਕਹਿਣ ਲੱਗੇ ਉਹ ਕਰੜਾ ਹੈ, ਬਹੁਤ ਔਖਾ ਹੈ। ਸਾਰ ਨਾਮ ਸਾਧ ਸੰਗਤ ਜੀ ਜਿਸ ਤਰ੍ਹਾਂ ਫੌਲਾਦ ਆਦਿਕ ਦੇ ਜਾਂ ਫਿਰ ਸਿਉਨੇ ਆਦਿਕ ਦੇ ਗਹਿਣੇ ਬਣਾਉਣੇ ਕਰੜੇ ਹੁੰਦੇ ਨਾ, ਔਖੇ ਹੁੰਦੇ ਨੇ, ਤੇ ਇਸੇ ਤਰ੍ਹਾਂ ਬਹੁਤ ਔਖਾ ਹੈ ਉਹਦਾ ਸੱਚਖੰਡ ਦਾ ਕਥਨ ਕਰਨਾ। ਘੜੀਐ ਸ਼ਬਦ ਸੱਚੀ ਟਕਸਾਲ। ਤੇ ਸਾਧ ਸੰਗਤ ਜੀ ਇੱਥੇ ਪਾਠਾਂ ਦਾ ਨਿਰਣਾ ਸੱਚਖੰਡ ਵਸੈ। ਇਹ ਵੀ ਸਾਧ ਸੰਗਤ ਜੀ ਵਸੇ ਨਹੀਂ ਕਹਿਣਾ, ਵਸੈ ਨਿਰੰਕਾਰ। ਤੇ ਸਾਧ ਸੰਗਤ ਜੀ ਇੱਥੇ ਨਿਰੰਕਾਰ, ਨਿਰੰਕਾਰ ਰਾਰੇ ਦੇ ਉੱਤੇ ਟਿੱਪੀ ਲਾ ਕਰਕੇ ਹੀ ਉਚਾਰਨ ਕਰਨਾ ਹੈ, ਨਿਰੰਕਾਰ। ਤੇ ਕਰ ਕਰ ਵੇਖੈ, ਵੇਖੇ ਨਹੀਂ ਕਹਿਣਾ, ਵੇਖੈ ਹੀ ਪਾਠ ਉਚਾਰਨ ਕਰਨਾ ਹੈ, ਨਦਰ ਨਿਹਾਲ। ਤੇ ਸਾਧ ਸੰਗਤ ਜੀ ਇਸ ਤਰ੍ਹਾਂ ਪਾਠ ਉਚਾਰਨ ਕਰਨਾ ਹੈ। ਤੇ ਅੱਗੇ ਤਿੱਥੈ ਖੰਡ ਮੰਡਲ ਵਰ ਭੰਡ। ਤੇ ਸਾਧ ਸੰਗਤ ਜੀ ਤਿੱਥੈ ਦਲਾਵਾਂ ਦੇ ਨਾਲ, ਖੰਡ ਮੰਡਲ। ਤੇ ਸਾਧ ਸੰਗਤ ਜੀ ਇਸ ਤਰ੍ਹਾਂ ਹੀ ਉਚਾਰਨ ਕਰਨਾ ਹੈ, ਵਰ ਭੰਡ, ਵਰ ਵੰਡ ਨਹੀਂ ਕਰਨਾ। ਤੇ ਸਾਧ ਸੰਗਤ ਜੀ ਵਰ ਭੰਡ ਪੱਬੇ ਦੇ ਉੱਪਰ ਟਿੱਪੀ ਲਾ ਕਰਕੇ ਬੋਲਣਾ ਹੈ, ਜਾਂ ਫਿਰ ਸਾਧ ਸੰਗਤ ਜੀ ਬਰਵੰਡ ਕਹਿ ਦੇਣੇ, ਬਰਵੰਡ ਨਹੀਂ ਹੈ, ਬੱਬਾ ਨਹੀਂ ਲਾਣਾ, ਵਾਹਵਾ ਲਾਣਾ ਹੈ, ਵਰ ਭੰਡ। ਇਸ ਤਰ੍ਹਾਂ ਉਚਾਰਨ ਕਰਨਾ ਹੈ। ਜੇ ਕੋ ਕਥੈ ਤਾ ਅੰਤ ਨਾ ਅੰਤ। ਤੇ ਜੇ ਕੋ ਪਾਠ ਵੱਖਰਾ ਵੱਖਰਾ ਕਰਨਾ ਹੈ। ਤੇ ਫਿਰ ਸਾਧ ਸੰਗਤ ਜੀ ਜੇ ਕੋ ਕਥਾ ਹੈ, ਤੇ ਕਥਾ ਹੈ ਦਲਾਵਾਂ ਦੇ ਨਾਲ ਹੈ, ਤਾਂ ਅੰਤ ਨਾ ਅੰਤ। ਤੇ ਸਾਧ ਸੰਗਤ ਜੀ ਫਿਰ ਤੱਤਾ ਮੁਕਤਾ, ਤਾਂ ਅੰਤ ਨਾ, ਇਹ ਨੰਨਾ ਵੀ ਮੁਕਤਾ ਨਾ ਅੰਤ। ਇਸ ਤਰ੍ਹਾਂ ਹੀ ਪਾਠ ਉਚਾਰਨ ਕਰਨਾ ਹੈ। ਤਿਥੈ ਲੋ ਲੋ ਓੰਕਾਰ। ਫਿਰ ਤਿੱਥੈ ਲੋ ਲੋ, ਇਹਨੂੰ ਲੰਮੀ ਆਵਾਜ਼ ਵਿੱਚ ਲੋ ਲੋ ਆਕਾਰ, ਆੜੇ ਨੂੰ ਕੰਨਾਂ ਲਾ ਕਰਕੇ ਬੋਲਣਾ ਆਕਾਰ। ਤੇ ਸਾਧ ਸੰਗਤ ਜੀ ਇਸ ਤਰ੍ਹਾਂ ਉਚਾਰਨ ਕਰਨਾ ਹੈ। ਜਿਵ ਜਿਵ ਹੁਕਮ ਤਵੈ ਤਿਵ ਕਾਰ। ਜੀਵ ਜੀਵ, ਜੱਜੇ ਨੂੰ ਸਿਆਰੀ ਵਾਵਾ, ਜੀਵ ਜੀਵ ਹੁਕਮ ਤਿਵੈ ਤਿਵਕਾਰ। ਤੇ ਸਾਧ ਸੰਗਤ ਜੀ ਇਸ ਤਰ੍ਹਾਂ ਹੀ ਜੀਵ ਜੀਵ ਪੋਲਾ ਜਿਹਾ ਬੋਲਣਾ, ਜੀਵ ਜੀਵ ਨਹੀਂ ਕਹਿਣਾ, ਸਿਆਰੀ ਲਾ ਕਰਕੇ ਬੋਲਣਾ, ਜੀਵ ਜੀਵ ਹੁਕਮ ਤਿਵੈ ਤਿਵਕਾਰ। ਤਿਵੇ ਨਹੀਂ ਕਹਿਣਾ ਕਿ ਤਿਵੇ ਤਿਵਕਾਰ ਕਹਿੰਦੇ ਨਹੀਂ। ਤੇ ਸਾਧ ਸੰਗਤ ਜੀ ਤਿਵੈ ਤਿਵ। ਤੇ ਇਸ ਤਰ੍ਹਾਂ ਉਚਾਰਨ ਕਰਨਾ ਹੈ। ਵੇਖੈ ਵਿਗਸੈ ਕਰ ਵਿਚਾਰ। ਫਿਰ ਇੱਥੇ ਵੇਖੈ ਇਸ ਤਰ੍ਹਾਂ ਉਚਾਰਨ ਕਰਕੇ ਵਿਗਸੈ, ਸੱਸੇ ਨੂੰ ਦਲਾਵਾਂ ਸੈ, ਵਿਗਸੈ। ਕਈ ਵਾਰੀ ਅਸੀਂ ਵਿਗਸੇ ਕਹਿ ਦਿੰਦੇ ਹਾਂ, ਵਿਗਸੇ ਨਹੀਂ ਕਹਿਣਾ, ਵਿਗਸੈ। ਤੇ ਦਲਾਵਾਂ ਦੇ ਨਾਲ ਉਚਾਰਨ ਕਰਨਾ ਹੈ। ਕਰ ਵਿਚਾਰ, ਇੱਥੇ ਵਿਚਾਰ ਨਹੀਂ ਕਹਿਣਾ, ਵਾਵੇ ਨੂੰ ਸਿਹਾਰੀ ਨਹੀਂ ਲਾਣੀ, ਇੱਥੇ ਵਿਚਾਰ ਤੇ ਬਿਹਾਰੀ ਲੱਗੀ ਹੋਈ ਹੈ, ਇਸ ਕਰਕੇ ਇਹਨੂੰ ਬਿਹਾਰੀ ਦੇ ਨਾਲ ਹੀ ਉਚਾਰਨ ਕਰਨਾ ਚਾਹੀਦਾ, ਵਿਚਾਰ ਹੀ ਉਚਾਰਨ ਕਰਨਾ ਹੈ। ਹਾਂਜੀ। ਨਾਨਕ ਕਥਨਾ ਕਰੜਾ ਸਾਰ। ਫਿਰ ਨਾਨਕ ਕਥਨਾ। ਤੇ ਸਾਧ ਸੰਗਤ ਜੀ ਕਥਨਾ ਪੋਲਾ ਤੇ ਕਥਨਾ ਨਹੀਂ, ਕਿ ਬਈ ਅਸੀਂ ਨਾ ਕਥਨਾ ਕਹਿ ਦਿੰਦੇ ਹਾਂ, ਨਾਣਾ ਲਾ ਦਿੰਦੇ ਹਾਂ, ਨਹੀਂ, ਕਥਨਾ ਨੰਨਾ ਹੀ ਉਚਾਰਨ ਕਰਨਾ ਹੈ। ਕਰੜਾ, ਤੇ ਕਰੜਾ ਰਾੜੇ ਦੇ ਨਾਲ ਕਰੜਾ, ਕਰੜਾ ਨਹੀਂ ਕਹਿਣਾ, ਕਰੜਾ। ਤੇ ਸਾਧ ਸੰਗਤ ਜੀ ਇਸ ਤਰ੍ਹਾਂ ਉਚਾਰਨ ਕਰਨਾ ਹੈ। ਘੜੀਐ ਸ਼ਬਦ ਸਤੀ ਟਕਸਾਲ। ਤੇ ਅੱਗੇ ਮਹਾਰਾਜ ਦੱਸਦੇ ਨੇ ਫਿਰ ਘੜੀਐ ਸ਼ਬਦ ਸੱਚੀ ਟਕਸਾਲ। ਜਦੋਂ ਸੱਚਖੰਡ ਤੋਂ ਬਾਅਦ ਸਾਧ ਸੰਗਤ ਜੀ ਮਹਾਰਾਜ ਦੱਸਦੇ ਨੇ ਜਿਹੜੀ ਅਖੀਰਲੇ ਦੇ ਵਿੱਚ ਉਹ ਮਹਾਰਾਜ ਪੁੱਛਿਆ ਨਾ ਵੀ ਕਥਨਾ ਕਰੜਾ ਸਾਰ ਬਹੁਤ ਔਖਾ ਹੈ। ਤੇ ਮਹਾਰਾਜ ਵੀ ਉਹ ਜਿਹੜੀ ਫਿਰ ਉਹਨੂੰ ਕਿਸ ਤਰ੍ਹਾਂ ਘੜਿਆ ਜਾਂਦਾ, ਉਹਦੀ ਕਿਹੜੀ ਟਕਸਾਲ ਹੈ। ਤੇ ਗੁਰਸਿੱਖ ਦੇ ਫਿਰ ਮਹਾਰਾਜ ਦੱਸਦੇ ਨੇ ਤਰੀਵੀ ਵੀ ਟਕਸਾਲ ਕਿਹੜੀ ਹੈ। ਮਹਾਰਾਜ ਕਹਿੰਦੇ ਅਸੀਂ ਟਕਸਾਲ ਉਹ ਹੈ, ਮਹਾਰਾਜ ਕਹਿੰਦੇ ਉਸ ਸ਼ਬਦ ਦੀ ਹੈ। ਮਹਾਰਾਜ ਕਹਿੰਦੇ ਘੜੀਐ ਸ਼ਬਦ ਸੱਚੀ ਟਕਸਾਲ। ਸੱਚੀ ਟਕਸਾਲ ਪਰਮੇਸ਼ਰ ਦੀ ਉਹ ਹੈ
ਜਿੱਥੇ ਸ਼ਬਦ ਦੇ ਨਾਲ ਗੁਰੂ ਦੇ ਉਪਦੇਸ਼ ਦੇ ਨਾਲ ਫਿਰ ਘੜਿਆ ਜਾਂਦਾ ਹੈ, ਕਿਉਂਕਿ ਮਨ ਨੂੰ ਘੜਿਆ ਜਾਂਦਾ ਨਾ ਗੁਰੂ ਦੇ ਉਪਦੇਸ਼ ਦੇ ਨਾਲ। ਮਨ ਦੇ ਵਿੱਚ ਮੈਲ ਬੜੀ ਹੈ ਅਤੇ ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ ਹੈ। ਫਿਰ ਇਹਨੂੰ ਸਾਧ ਸੰਗਤ ਜੀ ਗੁਰੂ ਦੇ ਉਪਦੇਸ਼ ਦੇ ਨਾਲ ਘੜਿਆ ਜਾਂਦਾ ਹੈ, ਸਾਫ਼ ਕੀਤਾ ਜਾਂਦਾ ਹੈ। ਜਤ ਪਾਰ ਧੀਰਜ ਸੁਨਿਆਰ। ਫਿਰ ਉਹ ਟਕਸਾਲ ਦੇ ਅੰਦਰ ਇੱਕ ਪਹਾਰਾ ਹੁੰਦਾ ਹੈ, ਫਿਰ ਸੁਨਿਆਰ ਹੁੰਦਾ ਹੈ, ਫਿਰ ਉਹਦੀ ਐਰਨ ਹੁੰਦੀ ਹੈ, ਫਿਰ ਉਹਦਾ ਹਥਿਆਰ ਹੁੰਦਾ ਹੈ, ਕਿਉਂਕਿ ਚੀਜ਼ਾਂ ਦੀ ਲੋੜ ਪੈਂਦੀ ਹੈ ਨਾ ਵੀ ਕਿਸ ਤਰ੍ਹਾਂ ਘੜਿਆ ਜਾਂਦਾ। ਅਤੇ ਸਾਧ ਸੰਗਤ ਜੀ ਫਿਰ ਮਹਾਰਾਜ ਦੱਸਦੇ ਨੇ ਜਤ ਪਹਾਰਾ। ਅਤੇ ਸਾਧ ਸੰਗਤ ਜੀ ਜਿਹੜਾ ਜਤ ਪਹਾਰਾ ਸਾਧ ਸੰਗਤ ਜੀ ਜਦੋਂ ਸੁਨਿਆਰ ਲੈ ਕਰਕੇ ਜਤ ਦਾ ਜਿਹੜਾ ਜਤ ਆ ਨਾ ਇਹਦਾ ਜਤ ਦਾ ਹੀ ਪਹਾਰਾ ਕਰਨਾ ਹੈ। ਅਤੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਜਤੀ ਹੋਣਾ ਹੀ ਪਹਾਰਾ ਹੈ। ਅਤੇ ਮਹਾਰਾਜ ਕਹਿੰਦੇ ਪਹਾਰਾ ਭੱਠੀ ਹੈ ਨਾ ਜਿਹੜੀ ਬਣਾਉਣੀ, ਮਹਾਰਾਜ ਕਹਿੰਦੇ ਫਿਰ ਇਹੀ ਇੱਕ ਜਤ ਦਾ ਬਣਾਉਣਾ ਹੈ। ਅਤੇ ਜਤ ਸਾਧ ਸੰਗਤ ਜੀ ਜਤ ਕਈ ਪ੍ਰਕਾਰ ਦਾ ਮੰਨਿਆ ਜਾਂਦਾ, 8 ਪ੍ਰਕਾਰ ਦਾ ਵੀ ਹੈ। ਪਰ ਜਤ ਮਹਾਰਾਜ ਕਹਿੰਦੇ ਏਕਾ ਨਾਰੀ ਜਤੀ ਕਹਾਏ। ਅਤੇ ਸਾਧ ਸੰਗਤ ਜੀ ਇੱਕ 'ਤੇ ਹੀ ਮਹਾਰਾਜ ਕਹਿੰਦੇ ਫਿਰ ਪਰ ਜਿਹੜੀਆਂ ਹੋਰ ਨੇ ਅਤੇ ਉਹਨਾਂ ਨੂੰ ਧੀ ਭੈਣ ਕਰਕੇ ਜਾਣੇ। ਅਤੇ ਸਾਧ ਸੰਗਤ ਜੀ ਵੱਡੀਆਂ ਨੂੰ ਮਾਤਾ ਦੇ ਬਰਾਬਰ ਸਮਝੇ। ਮਹਾਰਾਜ ਕਹਿੰਦੇ ਇਸ ਤਰ੍ਹਾਂ ਜਿਹੜਾ ਰੱਖਣਾ ਨਾ ਉਹ ਵੀ ਜਤੀ ਹੈ। 6 ਜਤੀ ਮੰਨੇ ਨੇ ਸਾਧ ਸੰਗਤ ਜੀ, ਇਤਨਾ ਵਿਚਾਰ ਨਹੀਂ ਹੈ। ਅਤੇ ਸਾਧ ਸੰਗਤ ਜੀ 6 ਜਤੀਆਂ ਦੇ ਵਿੱਚੋਂ ਮਹਾਰਾਜ ਕਹਿੰਦੇ ਜਿਹੜਾ ਜਤ ਰੱਖਣਾ ਨਾ ਇਹੀ ਪਾਰਾ ਹੈ ਧੀਰਜ ਸੁਨਿਆਰ। ਜਿਹੜਾ ਧੀਰਜ ਰੱਖਣਾ ਹੈ ਇਹੀ ਸੁਨਿਆਰ ਹੈ। ਫਿਰ ਜਿਹੜੀ ਐਰਨ ਬਣਾਉਣੀ ਹੈ ਮੱਤ ਦੀ, ਜਿਹੜੀ ਮੱਤ ਆ ਨਾ ਉਹ ਐਰਨ ਬਣਨਾ ਟਿਕਾ ਕੇ ਰੱਖਣੀ ਹੈ। ਇਹ ਨਹੀਂ ਹੈ ਮੱਤ ਸਾਡੀ ਕਦੇ ਕਿਸੇ ਕੋਲ ਕਦੇ ਕਿਸੇ ਦੀ, ਕਿਤੇ ਮੱਤ ਕਿਸੇ ਦੇ ਨਹੀਂ, ਅਤੇ ਗੁਰੂ ਦੀ ਮੱਤ ਲੈਣੀ ਹੈ। ਅਤੇ ਸਾਧ ਸੰਗਤ ਜੀ ਨੂੰ ਮੱਤ ਨੂੰ ਟਿਕਾ ਕੇ ਰੱਖਣਾ ਹੈ। ਇਹੀ ਸਾਧ ਸੰਗਤ ਇੱਧਰ ਕਿਉਂ ਥੱਲੀ ਜਾਂਦਾ। ਅਤੇ ਮਹਾਰਾਜ ਕਹਿੰਦੇ ਐਰਨ ਮੱਤ। ਅਤੇ ਫਿਰ ਮੱਤ ਜਿਹੜੀ ਐਰਨ ਬਣਾਉਣੀ ਹੈ ਨਾ ਉਹ ਮੱਤ ਦੀ ਬਣਾ। ਅਤੇ ਫਿਰ ਵੇਦ ਹਥਿਆਰ, ਵੇਦ ਨਾਮ ਸਾਧ ਸੰਗਤ ਜੀ ਸ਼ਾਸਤਰਾਂ ਦਾ ਵੀ ਹੈ, ਵੇਦ ਨਾਮ ਗਿਆਨ ਦਾ ਵੀ ਹੈ। ਮਹਾਰਾਜ ਕਹਿੰਦੇ ਗਿਆਨ ਦਾ ਹਥਿਆਰ ਬਣਾ। ਅਤੇ ਫਿਰ ਭਉ ਖਲਾ, ਭਉ ਦੀ ਜਿਹੜੀ ਹੈ ਨਾ ਖਲਾ ਉਹ ਜਿਹੜੀ ਅੱਗ ਧੁਖਾਉਂਦੇ ਨੇ। ਮਹਾਰਾਜ ਕਹਿੰਦੇ ਫਿਰ ਭਉ ਨਾਮ ਡਰਦਾ ਹੈ। ਉਹ ਜਿਹੜੀ ਧੁਖਾਉਣ ਵਾਲੀ ਖਲਾ ਹੈ ਉਹ ਡਰ ਦੀ ਬਣਾਣੀ ਕਰ। ਅਗਨ ਤਪ ਤਾਓ, ਫਿਰ ਉਹ ਅੱਗ ਰੂਪੀ ਜਿਹੜੀ ਹਵਾ ਮਾਰਨੀ ਹੈ ਨਾ ਭਉ ਖਲਾ, ਉਹ ਹਵਾ ਮਾਰਨੀ ਹੈ ਉਹ ਡਰ ਰੂਪੀ ਕਰਕੇ। ਅਤੇ ਸਾਧ ਸੰਗਤ ਜਿਹੜੀ ਅੱਗ ਆ ਨਾ ਉਹ ਜਿਹੜੀ ਉਹ ਤਪ ਦੀ ਬਣਾ, ਕਿਉਂਕਿ ਜਿਹੜੀ ਤਪੱਸਿਆ ਕਰਨੀ ਇਹ ਸਾਧ ਸੰਗਤ ਜੀ ਅਗਨ ਬਣਾਣੀ ਕਰ। ਤਪ ਦੀ, ਤਪ ਕੀ ਹੈ? ਮਹਾਰਾਜ ਕਹਿੰਦੇ ਗੁਰੂ ਦੀ ਸੇਵਾ ਹੈ। ਗੁਰੂ ਦਾ ਉਪਦੇਸ਼ ਦੇ ਉੱਤੇ ਚੱਲਣਾ ਇਹ ਬਹੁਤ ਵੱਡਾ ਤਪ ਹੈ। ਗੁਰੂ ਦੀ ਆਗਿਆ ਦੇ ਵਿੱਚ ਰਹਿ ਕਰਕੇ ਗੁਰਸਿੱਖੀ ਨੂੰ ਕਮਾਉਣਾ ਇਹ ਵੀ ਬਹੁਤ ਵੱਡਾ ਤਪ ਮੰਨਿਆ ਗਿਆ ਹੈ। ਮਹਾਰਾਜ ਕਹਿੰਦੇ ਇਹ ਤਪ ਰੂਪੀ ਅਗਨੀ ਨੂੰ ਧੁਖਾਉਣਾ ਕਰ ਭਉ ਡਰ ਦੇ ਨਾਲ। ਫਿਰ ਜਿਹੜਾ ਭਾਂਡਾ ਨਾ ਉਹ ਪ੍ਰੇਮ ਦਾ ਬਣਾ, ਜਿਹਦੇ ਕੋਲ ਪ੍ਰੇਮ ਰੂਪੀ ਭਾਂਡਾ ਹੈ। ਅਤੇ ਮਹਾਰਾਜ ਕਹਿੰਦੇ ਉਹ ਪ੍ਰੇਮ ਰੂਪੀ ਭਾਂਡੇ ਦੇ ਵਿੱਚ ਫਿਰ ਅੰਮ੍ਰਿਤ ਦੀ ਢਾਲ, ਜਿਹੜਾ ਅੰਮ੍ਰਿਤ ਆ ਨਾ ਗੁਰੂ ਦਾ ਉਪਦੇਸ਼ ਰੂਪੀ, ਗੁਰੂ ਦਾ ਨਾਮ ਰੂਪੀ, ਗੁਰੂ ਦੀ ਬਖਸ਼ਿਸ਼। ਅਤੇ ਸਾਧ ਸੰਗਤ ਜੀ ਜਿਸ ਤਰ੍ਹਾਂ ਹੁਣ ਆਪ ਜੀ ਨੇ ਅੰਮ੍ਰਿਤ ਛਕਿਆ ਹੈ, ਗੁਰੂ ਵਾਲੇ ਬਣੇ ਨੇ, ਅਤੇ ਸਾਧ ਸੰਗਤ ਜੀ ਪਰਮੇਸ਼ਰ ਦੇ ਨਾਮ ਨੂੰ। ਅਤੇ ਮਹਾਰਾਜ ਕਹਿੰਦੇ ਇਹ ਜਿਹੜਾ ਭਾਂਡਾ ਬਣਾਉਣਾ ਕਰ, ਇਹਦੇ ਭਾਂਡੇ ਦੇ ਵਿੱਚ ਫਿਰ ਉਹ ਅੰਮ੍ਰਿਤ ਪ੍ਰੇਮ ਰੂਪੀ ਭਾਂਡੇ ਦੇ ਵਿੱਚ ਅੰਮ੍ਰਿਤ ਪਾਣਾ ਕਰ। ਅਤੇ ਸਾਧ ਸੰਗਤ ਜੀ ਫਿਰ ਉਹ ਜਿਹੜਾ ਸ਼ੁੱਧ ਸਿਉਣੇ ਦੀ ਮੰਗਣਾ ਹੋ ਜਾਂਦਾ। ਫਿਰ ਜਦੋਂ ਮੈਲ ਨਿਕਲ ਗਈ ਨਾ ਅਤੇ ਸਾਧ ਸੰਗਤ ਜੀ ਫਿਰ ਅੰਮ੍ਰਿਤ ਉੱਥੇ ਵਸਦਾ ਹੈ, ਕਿਉਂਕਿ ਸਾਡੇ ਮਨ ਦੇ ਵਿੱਚ ਮੈਲ ਹੈ। ਜਦੋਂ ਮੈਲ ਸਾਫ਼ ਹੋ ਗਈ ਅਤੇ ਸਾਧ ਸੰਗਤ ਜੀ ਫਿਰ ਅੰਮ੍ਰਿਤ ਵਰਗਾ ਰਸ ਇਸ ਮਨ ਦੇ ਵਿੱਚ ਹੀ ਆ ਜਾਂਦਾ, ਸ਼ੁੱਭ ਮਨ ਦੇ ਅੰਦਰ।
ਮਹਾਰਾਜ ਕਹਿੰਦੇ ਫਿਰ ਉਹ ਜਿਹੜਾ ਅੰਮ੍ਰਿਤ ਆ ਨਾ, ਫਿਰ ਇਹ ਅੰਮ੍ਰਿਤ ਉਹ ਭਾਂਡੇ ਪ੍ਰੇਮ ਰੂਪ ਭਾਂਡੇ ਦੇ ਵਿੱਚ ਪੈਂਦਾ ਹੈ। ਘੜੀਐ ਸ਼ਬਦ ਸੱਚੀ ਟਕਸਾਲ। ਮਹਾਰਾਜ ਕਹਿੰਦੇ ਐਸੀ ਤਰ੍ਹਾਂ ਫਿਰ ਉਹ ਸ਼ਬਦ ਦੇ ਨਾਲ, ਗੁਰੂ ਦੇ ਉਪਦੇਸ਼ ਦੇ ਨਾਲ, ਇਹ ਜਿਹੜੀ ਟਕਸਾਲ ਹੈ ਸੱਚੀ ਗੁਰੂ ਦੇ ਉਪਦੇਸ਼, ਟਕਸਾਲ ਕੋ ਸਾਧ ਸੰਗਤ ਰੂਪ ਸੱਚੀ ਟਕਸਾਲ ਹੈ, ਜਿਹਦੇ ਅੰਦਰ ਇਹ ਮਨ ਘੜਿਆ ਜਾਂਦਾ ਹੈ। ਜਿਨ ਕੋ ਨਦਰ ਕਰਮ ਤਿਨ ਕਾਰ। ਮਹਾਰਾਜ ਕਹਿੰਦੇ ਉਹਨਾਂ ਦੇ ਉੱਤੇ ਬਖਸ਼ਿਸ਼ ਹੁੰਦੀ ਹੈ, ਵਾਹਿਗੁਰੂ ਪਰਮੇਸ਼ਰ ਬਖਸ਼ਿਸ਼ ਕਰਦਾ ਜਿਨ੍ਹਾਂ ਦੇ ਉੱਤੇ, ਤੇ ਸਾਸ ਜਿਨ ਕੋ ਨਦਰ, ਜਿਨ੍ਹਾਂ ਦੇ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ। ਕਰਮ ਨਾਮ ਬਖਸ਼ਿਸ਼ ਹੁੰਦਾ ਹੈ, ਜਿਨ੍ਹਾਂ ਦੇ ਉੱਤੇ ਬਖਸ਼ਿਸ਼ ਦੀ ਕਿਰਪਾ ਹੁੰਦੀ ਹੈ ਨਾ, ਨਦਰ ਹੁੰਦੀ ਹੈ। ਮਹਾਰਾਜ ਦੇ ਇਨਕਾਰ ਉਹੀ ਇਹ ਕਾਰ ਨੂੰ ਕਰਦੇ ਨੇ। ਮਹਾਰਾਜ ਕਹਿੰਦੇ ਫਿਰ ਉਹੀ ਪਰਮੇਸ਼ਰ ਦੇ ਉਪਦੇਸ਼ ਨੂੰ ਕਮਾਉਂਦੇ ਨੇ, ਉਹੀ ਗੁਰਸਿੱਖੀ ਨੂੰ ਧਾਰਨ ਕਰਦੇ ਨੇ, ਉਹੀ ਸਾਧ ਸੰਗਤ ਜੀ ਮੰਨਣ ਕਰਦੇ ਨੇ, ਸ਼ਰਵਣ ਕਰਦੇ ਨੇ। ਤੇ ਮਹਾਰਾਜ ਕਹਿੰਦੇ ਜਿਹੜੇ ਪਰਮੇਸ਼ਰ ਦੀ ਬਖਸ਼ਿਸ਼ ਦੁਆਰਾ ਹੁੰਦੀ ਹੈ। ਫਿਰ ਮਹਾਰਾਜ ਅੱਗੇ ਹਾਂਜੀ, ਨਾਨਕ ਨਦਰੀ ਨਦਰ ਨਿਹਾਲ। ਫਿਰ ਉਹ ਆਪਣੀ ਨਦਰ, ਮਿਹਰ ਦੀ ਨਜ਼ਰ ਦੇ ਨਾਲ ਤੇ ਸਾਧ ਸੰਗਤ ਜੀ ਹਰੇਕ ਨੂੰ ਨਿਹਾਲ ਹੀ ਨਿਹਾਲ ਮਹਾਰਾਜ ਕਰਦੇ ਨੇ ਦੁਆਰਾ। ਫਿਰ ਉਹਦੀ ਆਪ ਜੀ ਹੁਣ ਪਾਠਾਂ ਦੇ ਨਿਰਣੇ ਤੇ ਸਾਧ ਸੰਗਤ ਜੀ ਕਰਨਾ ਕਰੀਏ। ਘੜੀਐ ਸ਼ਬਦ ਸੱਚੀ ਟਕਸਾਲ। ਫਿਰ ਘੜੀਐ ਸ਼ਬਦ ਸੱਚੀ ਟਕਸਾਲ, ਤੇ ਸਾਧ ਸੰਗਤ ਜੀ ਇਸ ਤਰ੍ਹਾਂ ਹੀ ਘੜੀਐ ਸ਼ਬਦ ਸੱਚੀ ਟਕਸਾਲ, ਟੈਂਕਾ ਕੱਕਾ ਲੱਲੇ ਤੇ ਸਾਧ ਸੰਗਤ ਜੀ ਸੱਸੇ ਨੂੰ ਕੰਨਾ ਲੱਲਾ ਲੱਗਿਆ ਹੋਇਆ ਹੈ, ਟਕਸਾਲ। ਤੇ ਸਾਧ ਸੰਗਤ ਜੀ ਇਸ ਤਰ੍ਹਾਂ ਹੀ ਉਚਾਰਨ ਕਰਨਾ ਹੈ, ਟਕਸਾਲ, ਇਸ ਤਰ੍ਹਾਂ ਹੀ ਉਚਾਰਨ ਕਰਨਾ ਹੈ। ਜਤ ਪਹਾਰਾ ਧੀਰਜ ਸੁਨਿਆਰ। ਤੇ ਜਤ ਪਹਾਰਾ, ਜਤ ਭੋਲਾ ਜਾ ਬੋਲਣਾ ਜਤ, ਤੇ ਸਾਧ ਸੰਗਤ ਜੀ ਜਤ ਨਹੀਂ ਕਹਿਣਾ, ਤੇ ਜਤ ਭੋਲਾ ਜਾ, ਪਹਾਰਾ ਪੱਪੇ ਨੂੰ ਵੀ ਕੰਨਾ, ਹਾਹੇ ਨੂੰ ਵੀ ਕੰਨਾ, ਰਾਰੇ ਨੂੰ ਵੀ ਕੰਨਾ ਹੈ, ਪਹਾਰਾ। ਤੇ ਧੀਰਜ, ਕਈ ਵਾਰੀ ਅਸੀਂ ਧੀਰਜ ਕਹਿ ਦਿੰਦੇ, ਧੀਰਜ ਨਹੀਂ, ਇੱਥੇ ਧੱਦੇ ਨੂੰ ਬਿਹਾਰੀ ਲੱਗੀ ਹੋਈ ਹੈ, ਇਸ ਕਰਕੇ ਧੀਰਜ ਸੁਨਿਆਰ, ਸੁਨਿਆਰ ਨਹੀਂ ਕਹਿਣਾ। ਸੱਸੇ ਨੂੰ ਔਂਕੜ, ਨੰਨੇ ਨੂੰ ਸਿਆਰੀ, ਆੜੇ ਨੂੰ ਕੰਨਾ ਰਾਰਾ, ਸੁਨਿਆਰ। ਕਈ ਵਾਰੀ ਅਸੀਂ ਨਾ ਸੁਨਿਆਰ ਕਹਿ ਦਿੰਦੇ ਹਾਂ, ਸੱਸੇ ਨੂੰ ਔਂਕੜ ਉੱਪਰ ਟਿੱਪੀ ਲਾ ਦਿੰਦੇ ਹਾਂ। ਨਹੀਂ ਸਾਧ ਸੰਗਤ ਜੀ, ਟਿੱਪੀ ਦਾ ਵੀ ਖਿਆਲ ਰੱਖਣਾ, ਕਿਉਂਕਿ ਇਹ ਸੂਖਮ ਵਿਚਾਰ ਹੈ। ਅਹਰਣ ਮਤ, ਤੇ ਸਾਧ ਸੰਗਤ ਜੀ ਅਹਰਣ ਭੋਲਾ ਜਾ ਬੋਲਣਾ, ਅਹਰਣ, ਅਹਰਣ ਵੀ ਨਹੀਂ ਕਹਿਣਾ, ਹੈ ਦੀ ਆਵਾਜ਼ ਵੀ ਨਹੀਂ ਕਰਨੀ। ਤੇ ਸਾਧ ਸੰਗਤ ਜੀ ਇਸ ਕਰ ਅਹਰਣ ਵੀ ਨਹੀਂ, ਤੇ ਅਹਰਣ ਭੋਲਾ ਜੀ ਜਮਾ ਦੇ, ਕਿਉਂਕਿ ਆੜਾ ਹਾ ਹੀ ਮੁਕਤਾ ਹੈ, ਇਸ ਕਰਕੇ ਅਹਰਣ ਮਤ। ਤੇ ਇਸ ਤਰ੍ਹਾਂ ਉਚਾਰਨ ਕਰਨਾ ਹੈ। ਵੇਦ ਹਥਿਆਰ, ਤੇ ਹਥਿਆਰ ਨਹੀਂ ਕਹਿਣਾ, ਤੇ ਸਾਧ ਸੰਗਤ ਜੀ ਵਾਵੇ ਲਾਂ ਦਿੱਤਾ, ਵੇਦ ਹਥਿਆਰ, ਹਾਹਾ ਮੁਕਤਾ ਥੱਥੇ ਨੂੰ ਜਿਹੜੀ ਬਿਹਾਰੀ ਲੱਗੀ ਹੋਈ ਹੈ, ਇਸ ਕਰਕੇ ਹਥਿਆਰ ਹੀ ਉਚਾਰਨ ਕਰਨਾ ਹੈ। ਭਉ ਭਲਾ ਅਗਨ ਤਪ ਕਾਉ। ਫਿਰ ਭਉ, ਭਉ ਸਾਧ ਸੰਗਤ ਜੀ ਪੱਬਾ ਊੜੇ ਨੂੰ ਔਂਕੜਾ ਭਉ, ਤੇ ਭਉ ਇਸ ਤਰ੍ਹਾਂ ਖਲਾ ਜਿਹੜਾ ਪਾਠ ਹੈ ਦਰਮਿਆਨੀ ਆਵਾਜ਼ ਵਿੱਚ ਕਰਨਾ ਹੈ, ਖੱਲਾ ਵੀ ਨਹੀਂ ਕਹਿਣਾ, ਆਦਕ ਵੀ ਨਹੀਂ ਲਾਣੀ, ਖੱਲਾ ਕਹਿ ਦਿੰਦੇ ਆ, ਖਲਾ, ਖਲਾ ਵੀ ਨਹੀਂ ਕਰਨਾ। ਇਸ ਕਰਕੇ ਜਿਹੜਾ ਖਲਾ ਪਾਠ ਹੈ ਇਹ ਦਰਮਿਆਨੀ ਆਵਾਜ਼ ਵਿੱਚ ਰੱਖਣਾ, ਖਲਾ। ਇਸ ਤਰ੍ਹਾਂ ਹੀ ਉਚਾਰਨ ਕਰਨਾ ਹੈ। ਅਗਨ ਤਪ ਤਾਉ, ਤੇ ਸਾਧ ਸੰਗਤ ਜੀ ਇਸ ਤਰ੍ਹਾਂ ਅਗਨ, ਅਗਨ ਭੋਲਾ ਹੀ ਆ, ਅਗਨ। ਤੇ ਸਾਧ ਸੰਗਤ ਜੀ ਇਸ ਤਰ੍ਹਾਂ ਅਗਨ ਹੀ ਪਾਠ ਉਚਾਰਨ ਕਰਨਾ ਹੈ। ਭਾਂਡਾ ਭਾਉ ਅੰਮ੍ਰਿਤ ਤਿਤ ਟਾਲ। ਤੇ ਭਾਂਡਾ, ਦੇਖੋ ਇੱਥੇ ਹੀ ਬਿੰਦੀ ਆਈ ਹੈ ਭਾਂਡੇ ਤੇ, ਜਪਜੀ ਸਾਹਿਬ ਵਿੱਚ ਕਿਤੇ ਬਿੰਦੀ ਨਹੀਂ ਆ ਰਹੀ, ਤੇ ਭਾਂਡੇ ਤੇ ਹੀ ਬਿੰਦੀ ਆ ਰਹੀ ਹੈ। ਜਿੱਥੇ ਸਾਧ ਸੰਗਤ ਜੀ ਮਹਾਰਾਜ ਜੀ ਨੂੰ ਆਪ ਚਾਹਿਆ, ਉੱਥੇ ਮਹਾਰਾਜ ਨੇ ਬਿੰਦੀ ਲਾਣਾ ਕੀਤੀ। ਜੇ ਆਰਥ ਨਾਰਥ ਹੋਵੇ ਤੇ ਸਾਧ ਸੰਗਤ ਜੀ ਉਹ ਵੀ ਫਿਰ ਸੰਕੋਚ ਕਰਕੇ ਮਹਾਂਪੁਰਖਾਂ ਦੇ ਵੱਲੋਂ ਕੋਈ ਜਿਸ ਤਰ੍ਹਾਂ ਉਹਨਾਂ ਨੇ ਵਿਚਾਰ ਦੇ ਨਾਲ ਅਰਥ ਦੇ ਮੁਤਾਬਕ ਬਹੁਤ ਉਸ ਤਰ੍ਹਾਂ ਬਿੰਦੀ ਲੱਗ ਸਕਦੀ ਹੈ। ਪਰ ਭਾਂਡਾ ਕਿਉਂਕਿ ਅਰਥ ਵਿਚਾਰ ਕਰਨ ਲੱਗਿਆ ਉਸ ਤੋਂ ਵੇਲੇ ਬਿੰਦੀ ਲੱਗ ਜਾਣੀ, ਲਾਣੀ ਪੈਂਦੀ ਹੈ ਅਰਥ ਕਰਨ ਲੱਗਿਆ, ਉਹ ਵੱਖਰੀ ਗੱਲ ਹੈ। ਤੇ ਫਿਰ ਇੱਥੇ ਸੱਚੇ ਪਾਤਸ਼ਾਹ ਨੇ ਭਾਂਡੇ 'ਤੇ ਹੀ ਬਿੰਦੀ ਲਾਈ ਹੈ ਸਾਰੇ ਜਪਜੀ ਸਾਹਿਬ ਦੇ ਵਿੱਚੋਂ। ਤੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਭਾਂਡਾ ਭਾਓ, ਇਸ ਤਰ੍ਹਾਂ ਭਾਓ, ਇਸ ਤਰ੍ਹਾਂ ਹੀ ਉਚਾਰਨ ਕਰਨਾ ਹੈ। ਅੰਮ੍ਰਿਤ ਤਿਤ ਢਾਲ,
ਤੇ ਅੰਮ੍ਰਿਤ ਆੜੇ ਪਟਿੱਪੀ ਤੇ ਸਾਸ ਨੀ ਮਮਾ ਅੰਮ੍ਰਿਤ ਰਾਰਾ ਪੈਰ ਦੇ ਵਿੱਚ ਰਿਤ ਛੇਤੀ ਦੇ ਨਾਲ ਬੋਲਣਾ ਹੈ ਅੰਮ੍ਰਿਤ। ਇਸ ਤਰ੍ਹਾਂ ਉਚਾਰਨ ਕਰਨਾ ਹੈ। ਤਿਤ ਢਾਲ ਤੇ ਸਾਧ ਸੰਗਤ ਜੀ ਫਿਰ ਤਿਤ ਤਿਤ ਨਹੀਂ ਕਹਿਣਾ, ਤਿਤ ਤੱਤੇ ਨੂੰ ਸਹਿਰੀ ਤੱਤੇ ਨੂੰ ਔਂਕੜਾ ਤਿਤ ਢਾਲ ਇਸ ਤਰ੍ਹਾਂ ਹੀ ਉਚਾਰਨ ਕਰਨਾ ਹੈ। ਘੜੀਐ ਸ਼ਬਦ ਸਤੀ ਟਕਸਾਲ ਫਿਰ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਫਿਰ ਮਹਾਰਾਜ ਕਹਿੰਦੇ ਜਿਨ ਕੋ ਨਦਰ ਕਰਮ ਤਿਨ ਕਾਰ। ਇੱਥੇ ਕਾਰ ਕੱਕੇ ਨੂੰ ਕੰਨਾ ਹੈ ਰਾਰਾ ਕਾਰ ਇਸ ਤਰ੍ਹਾਂ ਹੀ ਉਚਾਰਨ ਕਰਨਾ ਹੈ। ਨਾਨਕ ਨਦਰੀ ਨਦਰ ਨਿਹਾਲ ਤੇ ਸਾਧ ਸੰਗਤ ਜੀ ਇੱਥੇ ਨਾਨਕ ਨਦਰੀ ਭੋਲਾ ਜਾਂ ਨਦਰੀ ਨਦਰ ਨਿਹਾਲ। ਤੇ ਸਾਧ ਸੰਗਤ ਜੀ ਹੁਣ ਦੇਖੋ ਇੱਕ ਰਾਰੇ ਨੂੰ ਬਿਹਾਰੀ ਲੱਗੀ ਹੋਈ ਇੱਕ ਸਿਆਰੀ ਲੱਗੀ ਹੋਈ ਹੈ। ਤੇ ਕਈ ਵਾਰੀ ਅਸੀਂ ਨਾ ਸਿਆਰੀ ਨੂੰ ਵੀ ਬਿਹਾਰੀ ਦੀ ਤਰ੍ਹਾਂ ਬੋਲ ਦਿੰਦੇ ਹਾਂ, ਨਦਰੀ ਨਦਰੀ ਕਹਿ ਦਿੰਦੇ ਹਾਂ। ਨਹੀਂ ਭਾਈ, ਤੇ ਸਿਆਰੀ ਨੂੰ ਜਿਹੜੀ ਆਵਾਜ਼ ਹੈ ਨਾ ਉਹ ਨਦਰ ਹੀ ਕਰਨਾ ਹੈ, ਨਦਰ ਨਿਹਾਲ ਇਸ ਤਰ੍ਹਾਂ ਹੀ ਪਾਠ ਉਚਾਰਨ ਕਰਨਾ ਹੈ। ਲੋਕ ਤੇ ਸ਼ਲੋਕ ਦੇ ਅੰਦਰ ਸੱਚੇ ਪਾਤਸ਼ਾਹ ਦੱਸਦੇ ਨੇ, ਛੰਦ ਦੀ ਚਾਲ ਵੀ ਦੱਸੀ ਜਾਂਦੀ ਹੈ। ਸਵੈ ਲੋਕ ਇੱਥੇ ਸਾਸ ਨਹੀਂ ਸਵੈ ਲੋਕ ਦੀ ਵੀ ਮਹਾਰਾਜ ਕਹਿੰਦੇ ਪ੍ਰਾਪਤੀ ਹੁੰਦੀ ਹੈ। ਪਾਵਨ ਗੁਰੂ ਪਾਣੀ ਪਿਤਾ ਸਵੈ ਲੋਕ ਸੱਚਖੰਡ ਹੈ ਬੈਕੁੰਠ ਦੀ ਪ੍ਰਾਪਤੀ ਹੁੰਦੀ ਹੈ। ਮਹਾਰਾਜ ਕਹਿੰਦੇ ਇਹਦੇ ਅੰਦਰ ਫਿਰ ਜਿਹੜੀ ਵਿਰਾਟ ਰੂਪ ਮਹਾਰਾਜ ਦੱਸਦੇ ਨੇ ਵਿਸ਼ਵ ਮਹਾਰਾਜ ਦੱਸਦੇ ਨੇ ਵੀ ਇਹਦੇ ਵਿੱਚ ਜਿਹੜੀ ਪਵਨ ਗੁਰੂ ਜਿਹੜਾ ਪਵਨ ਹੈ ਹਵਾ ਹੈ ਇਹ ਗੁਰੂ ਸਰੂਪ ਹੈ। ਤੇ ਸਾਧ ਸੰਗਤ ਜੀ ਦੇਖੋ ਆਪਣੇ ਅੰਦਰ ਵੀ ਕਿੰਨੇ ਪ੍ਰਕਾਰ ਦੀ ਹਵਾ ਹੈ ਤੇ ਫਿਰ ਬ੍ਰਹਮੰਡ ਦੇ ਅੰਦਰ ਕਿੰਨੇ ਪ੍ਰਕਾਰ ਦੀ ਹਵਾ ਹੈ। ਮਹਾਰਾਜ ਕਹਿੰਦੇ ਹਵਾ ਦੇ ਨਾਲ ਹੀ ਜੀਵਨ ਹੈ ਤੇ ਜਿਹੜੀ ਹਵਾ ਨਾ ਇਹ ਗੁਰੂ ਦੇ ਸਮਾਨ ਹੈ। ਪਾਣੀ ਪਿਤਾ ਤੇ ਪਾਣੀ ਜਿਹੜਾ ਨਾ ਇਹ ਵੀ ਪਾਣੀ ਜਿਹੜਾ ਹੈ ਇਹ ਪਿਤਾ ਦੇ ਸਮਾਨ ਹੈ। ਮਾਤਾ ਧਰਤ ਮਹਤ ਤੇ ਮਾਤਾ ਇਹ ਧਰਤੀ ਦੇ ਸਮਾਨ ਹੈ। ਜਿਵੇਂ ਧਰਤੀ ਹੈ ਨਾ ਇਹ ਮਾਤਾ ਦੇ ਸਮਾਨ ਹੈ। ਦਿਵਸ ਰਾਤ ਦੋਇ ਦਾਈ ਤੇ ਸਾਧ ਸੰਗਤ ਜੀ ਮਹਾਰਾਜ ਦੱਸਦੇ ਨੇ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਇ। ਤੇ ਸਾਧ ਸੰਗਤ ਜੀ ਮਹਾਰਾਜ ਜੀ ਨੇ ਦੱਸਿਆ ਹੈ ਵੀ ਪਾਣੀ ਵੀ ਜੀਵਨ ਹੈ। ਤੇ ਸਾਧ ਸੰਗਤ ਜੀ ਇਸੇ ਤਰ੍ਹਾਂ ਧਰਤੀ ਜਿਹੜੀ ਹੈ ਮਾਤਾ ਦੇ ਸਰੂਪ ਮੰਗਣਾ ਹੈ ਕਿਉਂਕਿ ਮਾਤਾ ਧਰਤੀ ਹੀ ਇੱਕ ਮਾਂ ਹੈ ਜਿਹੜੀ ਆਪਣੇ ਬੱਚੇ ਨੂੰ ਆਪਣੇ ਗੋਦ ਦੇ ਵਿੱਚ ਸਮਾਉਂਦੀ ਹੈ। ਦੇਖੀਦਾ ਨਾ ਸਾਧ ਸੰਗਤ ਜੀ ਤੇ ਧਰਤੀ ਦੇ ਨਾਲ ਹੀ ਇਹ ਸਰੀਰ ਪਲਦਾ ਹੈ ਕਿਉਂਕਿ ਉਤਪਤੀ ਧਰਤੀ ਤੋਂ ਜਿੰਨੀ ਵੀ ਹੁੰਦੀ ਹੈ ਬਨਸਪਤੀ ਰਾਹੀਂ ਉਹ ਆਪਾਂ ਖਾਂਦੇ ਪੀਂਦੇ ਹਾਂ ਤੇ ਧਰਤੀ ਤੋਂ ਕੁੱਖ ਤੋਂ ਹੀ ਇਹ ਸਾਧ ਸੰਗਤ ਜੀ ਅਸੀਂ ਸਾਡਾ ਸਰੀਰ ਪਲਦਾ ਹੈ। ਤੇ ਜਦੋਂ ਧਰਤੀ ਹੀ ਫਿਰ ਆਪਣੇ ਗੋਦੀ ਦੇ ਵਿੱਚ ਸਮਾ ਲੈਂਦੀ ਹੈ ਤੇ ਸਾਧ ਸੰਗਤ ਜੀ ਧਰਤੀ ਮਾਤਾ ਦੀ ਨਿਆਈ ਹੈ। ਮਹਾਰਾਜ ਕਹਿੰਦੇ ਜਿਹੜੀ ਧਰਤੀ ਹੈ ਨਾ ਇਹ ਬਹੁਤ ਵੱਡੀ ਮਹੱਤਮ ਹੈ, ਵੱਡੀ ਮਾਤਾ ਹੈ। ਦਿਵਸ ਰਾਤ ਦੋਇ ਦਾਈ ਦਾਇਆ ਤੇ ਸਾਧ ਸੰਗਤ ਜੀ ਫਿਰ ਜਿਹੜਾ ਦਿਵਸ ਤੇ ਰਾਤ ਹੈ ਨਾ ਇਹ ਦਾਈ ਦੇ ਦਾਏ ਮੰਗਣੇ ਨੇ। ਇੱਕ ਦਾਈ ਹੁੰਦੀ ਇੱਕ ਦਾਇਆ ਹੁੰਦਾ ਹੈ। ਜਿਹੜਾ ਦਾਇਆ ਹੁੰਦਾ ਉਹ ਦਿਨ ਦੇ ਵਿੱਚ ਖਿਡਾਉਂਦਾ ਹੈ, ਦਾਈ ਜਿਹੜੀ ਹੈ ਉਹ ਰਾਤ ਨੂੰ ਸੁਣਾਉਂਦੀ ਹੈ ਲੋਰੀਆਂ ਦੇ ਕਰਕੇ। ਮਹਾਰਾਜ ਕਹਿੰਦੇ ਜਿਹੜੀ ਦਿਨ ਹੈ ਨਾ ਇਹ ਦਾਈ ਦੀ ਤਰ੍ਹਾਂ ਹੈ। ਤੇ ਸਾਧ ਸੰਗਤ ਜੀ ਦੇਖੋ ਦਿਨ ਦੇ ਵਿੱਚ ਜੀਵ ਹਰ ਕੋਈ ਕੰਮ ਧੰਦਿਆਂ ਦੇ ਵਿੱਚ ਲੱਗਿਆ ਰਹਿੰਦਾ ਹੈ ਤੇ ਜਦੋਂ ਰਾਤ ਹੁੰਦੀ ਹੈ ਤੇ ਫਿਰ ਉਦੋਂ ਸੌ ਜਾਂਦਾ ਹੈ। ਮਹਾਰਾਜ ਕਹਿੰਦੇ ਇਹ ਦਾਈ ਦਾਈ ਮੰਗਣਾ ਸਾਰੇ ਜੀਵਾਂ ਨੂੰ ਖਿਡਾ ਰਹੇ ਨੇ। ਮਹਾਰਾਜ ਕਹਿੰਦੇ ਸਾਰਾ ਸੰਸਾਰ ਹੀ ਇਸ ਦੇ ਵਿੱਚ ਖੇਡ ਰਿਹਾ ਹੈ। ਤੇ ਜੋ ਖੇਡਦਾ ਜੋ ਵੀ ਕਰਮ ਕਰਦਾ ਨਾ ਸੰਸਾਰ ਦੇ ਅੰਦਰ ਚੰਗੇ ਤੇ ਮਾੜੇ ਮਹਾਰਾਜ ਕਹਿੰਦੇ ਉਸ ਧਰਮ ਰਾਜ ਦੀ ਕਚਹਿਰੀ ਦੇ ਵਿੱਚ ਜਾ ਕਰਕੇ ਵਾਚਣੇ ਨੇ।
ਮਹਾਰਾਜ ਕਹਿੰਦੇ ਆਵਾਜ਼ ਕਰਕੇ ਧਰਮ ਰਾਜਾ ਫਿਰ ਉਹ ਸਜ਼ਾ ਦਿੰਦਾ ਹੈ, ਕਰਨੀ ਆਪੋ ਆਪਣੀ। ਕਿਉਂਕਿ ਫਿਰ ਕਰਮਾਂ ਅਨੁਸਾਰ ਕੋਈ ਆਪਣੇ ਆਪਣੇ ਕਰਮਾਂ ਦੇ ਅਨੁਸਾਰ ਇਹ ਨੇੜੇ ਕੇ ਦੂਰ। ਫਿਰ ਕੋਈ ਪਰਮੇਸ਼ਰ ਦੇ ਨੇੜੇ ਹੁੰਦਾ ਹੈ, ਕੋਈ ਦੂਰ ਜਾਂਦਾ ਹੈ। ਜਿਨੇ ਨਾਮ ਧਿਆਇਆ। ਤੇ ਸਾਧ ਸੰਗਤ ਜੀ ਆਖੋ ਸਤਿਨਾਮ। ਸੱਚੇ ਪਾਤਸ਼ਾਹ ਜੀ ਹੁਣ ਸਮਾਪਤੀ ਦੇ ਸ਼ਲੋਕ ਦੇ ਅੰਦਰ ਦੱਸਦੇ ਨੇ, ਜਿਨ੍ਹਾਂ ਨੇ ਭਾਈ ਨਾਮ ਨੂੰ, ਸਿਮਰਨ ਨੂੰ, ਗੁਰਦੇ ਉਪਦੇਸ਼ ਨੂੰ ਕਮਾਇਆ ਹੈ, ਮਹਾਰਾਜ ਕਹਿੰਦੇ ਨਾਮ ਨੂੰ ਧਿਆਣਾ ਕੀਤਾ ਹੈ। ਗਏ ਮਸਕਤ ਕਾਲ। ਤੇ ਸਾਧ ਸੰਗਤ ਮਸਕਤ ਘਾਲ ਕਰਕੇ ਇਸ ਸੰਸਾਰ ਤੋਂ ਜਿਹੜੇ ਨਾਮ ਜਪ ਕਰਕੇ, ਮਿਹਨਤਾਂ ਕਰਕੇ, ਸਿਮਰਨ ਕਰਕੇ, ਘਾਲਣਾ ਕਰਕੇ ਗਏ ਨੇ, ਨਾਨਕ ਤੇ ਮੁਖ ਉਜਲੇ। ਤੇ ਉਹਨਾਂ ਦੇ ਸੰਸਾਰ ਤੋਂ ਫਿਰ ਮੁਖ ਉਜਲੇ ਹੁੰਦੇ ਨੇ। ਤੇ ਸਾਧ ਸੰਗਤ ਮੁਖ ਉਜਲੇ ਪ੍ਰਗਟ ਸਰੂਪ ਹੋ ਕਰਕੇ ਜਾਂਦੇ ਨੇ, ਏਤੀ ਸਿੱਧੀ ਨਾਲ। ਤੇ ਆਪ ਤਾਂ ਛੁੱਟਦੇ ਨੇ, ਹੋਰਾਂ ਨੂੰ ਵੀ ਛੁਡਾ ਲੈਂਦੇ ਨੇ। ਤੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਨੇ ਆਪ ਤਾਂ ਛੁੱਟਦੇ ਨੇ। ਦੇਖੀਦਾ ਨਾ ਸਾਧ ਸੰਗਤ ਜੀ, ਬੜੇ ਗੁਰਸਿੱਖਾਂ ਨੇ ਭਗਤੀ ਕੀਤੀ, ਸਿਮਰਨ ਕੀਤਾ, ਤੇ ਆਪ ਤਾਂ ਛੁੱਟੇ ਨੇ ਤੇ ਹੋਰਾਂ ਨੂੰ ਵੀ ਛੁਡਾ ਲਿਆ। ਤੇ ਸਾਧ ਸੰਗਤ ਜੀ ਆਪ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਮਹਾਰਾਜ ਕਹਿੰਦੇ ਜਿਨ੍ਹਾਂ ਨਾਮ ਜਪਦੇ ਨੇ ਉਹਨਾਂ ਨੂੰ ਸਦਾ ਹੀ ਸਾਡੀ ਨਮਸਕਾਰ ਹੈ। ਤੇ ਸਾਧ ਸੰਗਤ ਜੀ ਮਹਾਰਾਜ ਨੇ ਕਿਰਪਾ ਕੀਤੀ ਹੈ, ਪਾਠਾਂ ਦਾ ਨਿਰਣਾ ਵੀ ਹੈ। ਸ਼ਲੋਕ ਪਵਨ ਗੁਰੂ ਪਾਣੀ ਪਿਤਾ। ਤੇ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਨੇ। ਤੇ ਸਾਧ ਸੰਗਤ ਜੀ ਇੱਥੇ ਸ਼ਲੋਕ ਜਿਹੜਾ ਹੈ ਸੱਸਾ ਲੱਲੇ ਨੂੰ ਹੋੜਾ ਕੱਕਾ ਲੱਗਿਆ ਹੋਇਆ, ਸ਼ਲੋਕ ਸਾਧ ਸੰਗਤ ਜੀ ਲੱਲੇ ਨੂੰ ਹੋੜਾ ਥੋੜਾ ਲਮਕਾ ਕੇ ਬੋਲਣਾ ਹੈ, ਕਿਉਂਕਿ ਕੱਕੇ ਨੂੰ ਔਂਕੜ ਵੀ ਹੈ, ਇਸ ਕਰਕੇ ਸ਼ਲੋਕ ਇਸ ਤਰ੍ਹਾਂ ਉਚਾਰਨ ਕਰਨਾ ਹੈ। ਫਿਰ ਪਵਨ ਤੇ ਸਾਧ ਸੰਗਤ ਜੀ ਪਵਨ ਨਹੀਂ ਕਹਿਣਾ। ਕਈ ਵਾਰੀ ਅਸੀਂ ਇੱਥੇ ਪਵਨ ਕਹਿੰਦੇ ਨੇ, ਪਵਨ ਗੁਰੂ, ਇੱਥੇ ਨਾਣਾ ਲੱਗਿਆ ਹੋਇਆ ਹੈ, ਤੇ ਇੱਥੇ ਪਵਨ ਨਾਣਾ ਹੀ ਉਚਾਰਨ ਕਰਨਾ ਹੈ। ਗੁਰੂ ਕਈ ਵਾਰ ਅਸੀਂ ਇੱਥੇ ਗੁਰੂ ਕਹਿ ਦਿੰਦੇ ਹਾਂ, ਪਵਨ ਗੁਰੂ ਨਹੀਂ ਹੈ, ਗੁਰੂ ਕਹਿਣਾ ਦਲੈਂਕ ਲਾ ਕਰਕੇ, ਕਿਉਂਕਿ ਸਾਧ ਸੰਗਤ ਜੀ ਖਾਸ ਕਰਕੇ ਧਿਆਨ ਰੱਖਣਾ ਹੈ। ਪਾਣੀ ਪਿਤਾ ਸਾਧ ਸੰਗਤ ਜੀ ਪਿਤਾ ਨਹੀਂ ਕਹਿਣਾ। ਕਈ ਵਾਰ ਅਸੀਂ ਪਿਤਾ ਕਹਿ ਦਿੰਦੇ, ਪਿਤਾ ਨਹੀਂ, ਪਿਤਾ ਸੱਸ ਪੱਪੇ ਨੂੰ ਸਿਹਾਰੀ ਲੱਗੀ ਹੋਈ ਹੈ ਤੇ ਤੱਤੇ ਨੂੰ ਕੰਨਾ ਹੈ। ਮਾਤਾ ਧਰਤ ਮਹੱਤ। ਤੇ ਮਾਤਾ ਪੋਲਾ ਜਾ ਬੋਲਣਾ ਹੈ, ਮਾਤਾ ਨਹੀਂ ਕਹਿਣਾ। ਕਈ ਵਾਰ ਅਸੀਂ ਕੱਸ ਕੇ ਕਹਿੰਦੇ ਮਾਤਾ ਪੋਲਾ ਜਾ, ਮੰਮੇ ਨੂੰ ਕੰਨਾ, ਤੱਤੇ ਨੂੰ ਕੰਨਾ, ਕਿਉਂਕਿ ਮਾਤਾ ਮਾਂ ਦਾ ਵਾਚਕ ਹੈ ਤੇ ਮਾਤਾ ਮਸਤ ਹੋਣ ਦਾ ਵਾਚਕ ਹੈ, ਇਸ ਕਰਕੇ ਇਹਨੂੰ ਪੋਲਾ ਬੋਲਣਾ। ਮਾਤਾ ਧਰਤ ਮਹੱਤ ਸਾਧ ਸੰਗਤ ਜੀ ਜਿਹੜਾ ਪਾਠ ਹੈ, ਮੰਮਾ ਹਾਏ ਦੇ ਉੱਤੇ ਆਦਿਕ ਲਾਣੀ ਹੈ, ਮਹੱਤ, ਇਸ ਤਰ੍ਹਾਂ ਉਚਾਰਨ ਕਰਨਾ ਹੈ। ਦਿਵਸ ਰਾਤ ਹੋਏ ਦਾਈ ਦਾਇਆ। ਤੇ ਸਾਧ ਸੰਗਤ ਜੀ ਇੱਥੇ ਦਿਵਸ ਦੱਦੇ ਨੂੰ ਸਿਹਾਰੀ ਲਾ ਕਰਕੇ ਦਿਵਸ ਬੋਲਣਾ ਹੈ, ਦਿਵਸ ਨਹੀਂ ਕਹਿਣਾ, ਦਿਵਸ ਦੱਦੇ ਨੂੰ ਸਿਹਾਰੀ ਲਾ ਕਰਕੇ। ਰਾਤ ਦੋਏ ਤੇ ਸਾਧ ਸੰਗਤ ਦੋਏ ਛੇਤੀ ਦੇ ਨਾਲ ਬੋਲਣਾ ਹੈ, ਦੱਦੇ ਨੂੰ ਔਂਕੜ, ਈੜੀ ਨੂੰ ਸਿਹਾਰੀ ਲੱਗੀ ਹੈ, ਦੋਏ ਕਹਿ ਕੇ। ਸਾਧ ਸੰਗਤ ਜੀ ਕਈ ਕਹਿੰਦੇ ਦੋਏ ਕਹਿ ਦਿੰਦੇ ਆ, ਜਾਂ ਫਿਰ ਦੋਈ ਕਹਿ ਦਿੰਦੇ ਆ, ਤੇ ਨਹੀਂ ਸਾਧ ਸੰਗਤ ਜੀ ਦੱਦੇ ਨੂੰ ਔਂਕੜ, ਈੜੀ ਨੂੰ ਸਿਹਾਰੀ ਹੈ, ਇਹਦਾ ਉਚਾਰਨ ਛੇਤੀ ਦੇ ਨਾਲ ਹੋਣਾ ਹੈ, ਦੋਏ, ਇਸ ਤਰ੍ਹਾਂ ਉਚਾਰਨ ਕਰਨਾ ਹੈ। ਦਾਈ ਦਾਇਆ ਤੇ ਸਾਧ ਸੰਗਤ ਜੀ ਇਸ ਤਰ੍ਹਾਂ ਦਾਈ ਤੇ ਦਾਇਆ ਹੀ ਉਚਾਰਨ ਕਰਨਾ ਹੈ। ਖੇਲੈ ਸਗਲ ਜਗਤ। ਤੇ ਅੱਗੇ ਹੈ ਪਾਠ ਖੇਲੈ ਸਾਧ ਸੰਗਤ ਜੀ ਕਈ ਵਾਰੀ ਅਸੀਂ ਖੇਲੇ ਕਹਿ ਦਿੰਦੇ ਹਾਂ, ਖੇਲੇ ਨਹੀਂ, ਖੇਲੈ, ਇਹ ਦੁਲਾਵਾਂ ਦੇ ਨਾਲ ਉਚਾਰਨ ਕਰਨਾ ਹੈ। ਸਗਲ ਜਗਤ ਨਹੀਂ ਕਹਿਣਾ, ਕਈ ਵਾਰ ਜਗਤ ਕਹਿ ਦਿੰਦੇ, ਜਗਤ ਨਹੀਂ, ਜਗਤ ਸੰਸਾਰ ਨੂੰ ਕਹਿੰਦੇ ਨੇ। ਤੇ ਸਾਧ ਸੰਗਤ ਇਸ ਤਰ੍ਹਾਂ ਉਚਾਰਨ ਕਰਨਾ ਹੈ। ਤੇ ਇੱਥੇ ਚੰਗਿਆਈਆਂ ਬੁਰਾਈਆਂ ਪਾਠ ਕਰਦੇ ਨੇ, ਤੇ ਸਾਧ ਸੰਗਤ ਬਹੁਤ ਗਿਣਤੀ ਦੇ ਵਿੱਚ। ਪਰ ਮਹਾਂਪੁਰਖਾਂ ਦੇ ਨਾਲ ਜਦੋਂ ਵਿਚਾਰ ਹੋਈ ਤੇ ਮਹਾਂਪੁਰਖਾਂ ਨੇ ਪਾਠ ਕਰਾਇਆ ਚੰਗਿਆਈਆਂ ਬੁਰਾਈਆਂ।
ਬਿੰਦੀ ਤੋਂ ਬਗੈਰ ਹੀ ਉਚਾਰਨ ਕੀਤਾ ਹੈ। ਜਦੋਂ ਸਾਧ ਸੰਗਤ ਜੀ ਵਿਚਾਰ ਕਰੀਏ ਵੀ ਉਰੇ ਚੰਗਿਆਈਆਂ ਅਤੇ ਬੁਰਾਈਆਂ ਬੋਲਣੀਆਂ ਨੇ, ਉਹ ਕਹਿੰਦੇ ਨੇ ਇਹ ਵਿਆਕਰਨ ਦੇ ਅਨੁਸਾਰ ਹੈ। ਜੇ ਅਸੀਂ ਵਿਆਕਰਨ ਦੇ, ਕਿਉਂਕਿ ਮਹਾਂਪੁਰਖਾਂ ਦੀ ਬਾਣੀ ਸੁਤੰਤਰ ਹੈ, ਇਹ ਬਾਣੀ ਪੰਤੰਤਰ ਨਹੀਂ ਹੈ, ਇਹ ਸੁਤੰਤਰ ਹੈ। ਇਸ ਕਰਕੇ ਬਾਣੀ ਨੂੰ ਕਿਸੇ ਦੇ ਅਧੀਨ ਨਹੀਂ ਕੀਤਾ ਜਾ ਸਕਦਾ। ਅਤੇ ਸਾਧ ਸੰਗਤ ਜੀ, ਕਿਉਂਕਿ ਜੇ ਆਪਾਂ ਚੰਗਿਆਈਆਂ ਬੁਰਾਈਆਂ ਬੋਲਦੇ ਹਾਂ ਨਾ, ਇੱਥੇ ਤਿੰਨ ਬਿੰਦੀਆਂ ਲੱਗਦੀਆਂ ਨੇ। ਇਸ ਕਰਕੇ ਤੋਂ ਪਾਠ ਮਹਾਂਪੁਰਖਾਂ ਨੇ ਚੰਗਿਆਈਆਂ ਬੁਰਾਈਆਂ ਬਿੰਦੀਆਂ ਤੋਂ ਬਗੈਰ ਹੀ ਸਾਧ ਸੰਗਤ ਜੀ ਦੱਸਿਆ ਹੈ। ਵਾਚੈ ਧਰਮ ਦੂਰ। ਫਿਰ ਵਾਚੈ ਤੇ ਚੱਚੇ ਨੂੰ ਦਲਾਵਾਂ ਲਾ ਕਰਕੇ ਬੋਲਣਾ ਹੈ, ਧਰਮ ਹਦੂਰ। ਇੱਥੇ ਦੱਦੇ ਨੂੰ ਦਲੈਂਕੜ ਲਾ ਕਰਕੇ ਹਦੂਰ, ਇਸ ਤਰ੍ਹਾਂ ਉਚਾਰਨ ਕਰਨਾ ਹੈ। ਕਰਮੀ ਆਪੋ ਆਪਣੀ। ਤੇ ਸਾਧ ਸੰਗਤ ਜੀ ਕਰਮੀ ਆਪੋ, ਆੜੇ ਨੂੰ ਕਰਨਾ ਆਪੋ, ਤੇ ਸਾਧ ਸੰਗਤ ਜੀ ਆਪੋ ਹੀ ਉਚਾਰਨ ਕਰਨਾ ਹੈ। ਫਿਰ ਆਪਣੀ ਨਹੀਂ ਕਹਿਣਾ, ਇੱਥੇ ਵੀ ਆੜੇ ਨੂੰ ਕਰਨਾ ਲੱਗਿਆ ਹੋਇਆ ਹੈ, ਆਪਣੀ ਹੀ ਉਚਾਰਨ ਕਰਨਾ ਹੈ। ਕੇ ਨੇੜਾ ਕੇ ਦੂਰ, ਕੇ ਨੇੜਾ ਸਾਧ ਸੰਗਤ ਜੀ ਇੱਥੇ ਦਲਾਵਾਂ ਨੇ, ਕੇ ਪਾਠ ਹੀ ਉਚਾਰਨ ਕਰਨਾ ਹੈ। ਕੱਕੇ ਨੂੰ ਲੰਬੀ ਆਵਾਜ਼ ਵਿੱਚ ਲੈ ਕਰਕੇ ਕੇ ਨੇੜਾ ਕੇ ਦੂਰ, ਤੇ ਸਾਧ ਸੰਗਤ ਜੀ ਇਸ ਤਰ੍ਹਾਂ ਪਾਠ ਉਚਾਰਨ ਕਰਨਾ ਹੈ। ਜਿਨੀ ਨਾਮ ਧਿਆਇਆ। ਫਿਰ ਮਹਾਰਾਜ ਕਹਿੰਦੇ ਜਿਨੀ, ਇੱਥੇ ਪੋਲਾ ਬੋਲਣਾ ਹੈ, ਜਿਨੀ ਨਹੀਂ ਕਹਿਣਾ, ਉੱਪਰ ਟਿੱਪੀ ਨਹੀਂ ਲਾਉਣਾ। ਜਿਨੀ ਨਾਮ ਧਿਆਇਆ, ਧੱਦੇ ਨੂੰ ਸਿਹਾਰੀ ਲਾ ਕਰਕੇ ਧਿਆਇਆ ਨਹੀਂ ਕਹਿਣਾ, ਧਿਆਇਆ। ਤੇ ਸਾਧ ਸੰਗਤ ਜੀ ਇਸ ਤਰ੍ਹਾਂ ਉਚਾਰਨ ਕਰਨਾ ਹੈ। ਗਏ ਮਸਕਤ ਕਾਲ। ਤੇ ਸਾਧ ਸੰਗਤ ਜੀ ਅੱਗੇ ਪਾਠ ਹੈ ਮਸਕਤ। ਕਈ ਇੱਥੇ ਸਾਧ ਸੰਗਤ ਜੀ ਮਸ਼ੱਕਤ ਕਹਿ ਦਿੰਦੇ ਨੇ, ਮਸ਼ੱਕਤ ਸੱਸੇ ਦੇ ਪੈਰ ਦੇ ਵਿੱਚ ਬਿੰਦੀ ਲਾ ਕਰਕੇ ਇੱਥੇ ਧਿਆਨ ਦੇ ਨਾਲ। ਤੇ ਸਾਧ ਸੰਗਤ ਜੀ ਇਸ ਕਰਕੇ ਗਏ ਮਸਕਤ ਕਾਲ, ਇਸ ਤਰ੍ਹਾਂ ਪਾਠ ਉਚਾਰਨ ਕਰਨਾ ਹੈ। ਨਾਨਕ ਤੇ ਮੁਖ ਉਜਲੇ। ਤੇ ਮਹਾਰਾਜ ਕਹਿੰਦੇ ਨਾਨਕ ਤੇ ਮੁਖ ਉਜਲੇ। ਉਜਲੇ ਸਾਧ ਸੰਗਤ ਜੀ ਕੂੜੇ ਨੂੰ ਔਂਕੜ ਜੱਜਾ ਲੱਲੇ ਨੂੰ ਲਾਉਣ ਲੱਗਿਆ ਹੋਇਆ, ਉਜਲੇ ਹੀ ਪਾਠ ਕਰਨਾ ਹੈ, ਉਜਲੇ ਨਹੀਂ ਕਹਿਣਾ। ਕਈ ਵਾਰ ਅਸੀਂ ਉਜਲੇ ਕਹਿ ਦਿੰਦੇ ਹਾਂ ਊੜੇ ਨੂੰ ਦਲੈਂਕੜ ਲਾ ਕਰਕੇ, ਕਿਉਂਕਿ ਇੱਥੇ ਔਂਕੜ ਹੀ ਲੱਗਿਆ ਹੈ, ਉਜਲੇ ਹੀ ਉਚਾਰਨ ਕਰਨਾ ਹੈ। ਕੇਤੀ ਛੁੱਟੀ ਨਾਮ ਛੁੱਟਣ ਦਾ ਹੈ। ਕਈ ਵਾਰ ਅਸੀਂ ਤੇ ਛੁੱਟੀ ਕਹਿ ਦਿੰਦੇ, ਛੁੱਟੀ ਤੇ ਨਹੀਂ। ਸਾਧ ਸੰਗਤ ਜੀ ਆਪੇ ਛੁੱਟੀ ਕਹਿ ਦੇਣਾ, ਉਤੇ ਆਦਿਕ ਲਾ ਕਰਕੇ। ਤੇ ਸਾਧ ਸੰਗਤ ਜੀ ਤੇ ਪਾਠ ਹੈ ਜਿਹੜਾ ਕੇਤੀ ਛੁੱਟੀ ਭੋਲਾ ਜਾਂ ਛੁੱਟੀ ਨਾਲ ਹੋਰਾਂ ਨੂੰ ਵੀ ਛੁਡਾ ਲੈਂਦਾ ਹੈ। ਤੇ ਸਾਧ ਸੰਗਤ ਜੀ ਇਸ ਤਰ੍ਹਾਂ ਮਹਾਰਾਜ ਜੀ ਕਿਰਪਾ ਕਰਦੇ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ ਦੇ ਨਾਲ ਅੱਜ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਸ੍ਰੀ ਜਪਜੀ ਸਾਹਿਬ ਦੀ ਸੰਪੂਰਨਤਾਈ ਹੋਈ ਹੈ। ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਤੇ ਸਾਧ ਸੰਗਤ ਜਿਨ੍ਹਾਂ ਨੇ ਬੜੇ ਪ੍ਰੇਮ ਦੇ ਸਤਿਕਾਰ ਦੇ ਨਾਲ ਆਪ ਜੀ ਨੇ ਸਰਵਣ ਕੀਤਾ ਹੈ। ਤੇ ਸਾਧ ਸੰਗਤ ਮਹਾਂਪੁਰਖਾਂ ਦਾ, ਆਪ ਸਾਰੀ ਸੰਗਤਾਂ, ਪ੍ਰਬੰਧਕ ਜਨਾਂ ਦਾ, ਤੇ ਸਾਧ ਸੰਗਤ ਜੀ ਕਿਹਦਾ ਨਾਮ ਲਈਏ, ਨਾਮ ਤਾਂ ਬਹੁਤ ਨੇ। ਤੇ ਸਾਧ ਸੰਗਤ ਜੀ ਆਪ ਸਾਰੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਤੇ ਸਾਧ ਸੰਗਤ ਜੀ ਪ੍ਰਬੰਧਕ ਜਨਾਂ ਦਾ ਖਾਸ ਕਰਕੇ ਜਿਨ੍ਹਾਂ ਨੇ ਬੜੇ ਪ੍ਰਬੰਧ ਕੀਤਾ ਹੈ। ਤੇ ਦਾਸ ਨੂੰ ਸਾਧ ਸੰਗਤ ਜੀ ਬੜਾ ਕੋਈ ਵੀ ਚੀਜ਼ ਦੀ ਲੋੜ ਸਾਰੀ ਪੂਰੀ ਕੀਤੀ ਹੈ। ਤੇ ਜਿਹੜੇ ਸਾਧ ਸੰਗਤ ਜੀ ਚੈਨਲ ਵਾਲੇ ਵੀਰ ਨੇ, TRC ਵਾਲੇ, ਤੇ ਇਹਨਾਂ ਦਾ ਬਹੁਤ ਖਾਸ ਕਰਕੇ ਧੰਨਵਾਦ, ਜਿਨ੍ਹਾਂ ਨੇ ਇਹ ਸਮਾਗਮ ਦੀ ਜਿਹੜੀ ਹੈ ਰਿਕਾਰਡਿੰਗ ਕਰਕੇ ਸੰਗਤਾਂ ਦੇ ਵਿੱਚ ਵੀ ਪਹੁੰਚਾਉਂਦੇ ਨੇ, ਕਿਉਂਕਿ ਗੁਰਬਾਣੀ ਦਾ ਹੀ ਇਹਨਾਂ ਦਾ ਸੰਬੰਧ ਹੈ। ਗੁਰੂ ਸਾਹਿਬ ਜੀ ਇਹਨਾਂ 'ਤੇ ਵੀ ਬਖਸ਼ਿਸ਼ ਕਰਨ। ਤੇ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਮਹਾਰਾਜ ਨੇ ਇਹ ਸਮਾਗਮ ਆਪ ਰਚੇ ਨੇ, ਆਪ ਹੀ ਇਹਨਾਂ ਦੀ ਸਮਾਪਤੀ ਕਰਾਈ ਹੈ। ਤੇ ਸਾਧ ਸੰਗਤ ਜੀ ਦਾਸ ਦੇ ਕੋਲੋਂ ਵਿਚਾਰ ਕਰਦਿਆਂ ਕੋਲੋਂ ਬਹੁਤ ਸੂਖਮ ਗਲਤੀਆਂ ਵੀ, ਇਸ ਤਰ੍ਹਾਂ ਦੀ ਵਿਚਾਰ ਵੀ ਹੋ ਸਕਦੀ ਹੈ, ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਜਾਂ ਗੁਰਬਾਣੀ ਦੀ ਵਿਚਾਰ ਕਰਦਿਆਂ, ਗੁਰ ਇਤਿਹਾਸ ਦੀ ਵਿਚਾਰ ਕਰਦਿਆਂ। ਤੇ ਸਾਧ ਸੰਗਤ ਜੀ ਆਪਣਾ ਬੱਚਾ ਜਾਣ ਕਰਕੇ
ਮਾਫ਼ ਕਰਨਾ ਤੇ ਸਾਧ ਸੰਗਤ ਗੁਰੂ ਸਾਹਿਬ ਜੀ ਬਖਸ਼ ਲੈਣ। ਤੇ ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ। ਤੇ ਗੁਰੂ ਸਾਹਿਬ ਜੀ ਕਿਰਪਾ ਕਰਨ। ਮਹਾਂਪੁਰਖਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਹੁਕਮ ਕਰਕੇ ਦਾਸ ਕੋਲੋਂ ਸੇਵਾ ਲਈ ਹੈ। ਤੇ ਸਾਧ ਸੰਗਤ ਜੀ ਮਹਾਰਾਜ ਜੀ ਕਿਰਪਾ ਕਰਦੇ ਨੇ, ਕਿਉਂਕਿ ਸਮਾਂ ਬਹੁਤ ਹੋ ਚੁੱਕਾ ਹੈ। ਇੱਥੇ ਸਾਧ ਸੰਗਤ ਜੀ ਪ੍ਰਬੰਧਕ ਜਨ ਬੈਠੇ ਨੇ, ਫਿਰ ਉਹ ਵੀ ਸਾਧ ਸੰਗਤ ਜੀ ਆਪ ਜੀ ਨਾਲ ਸਾਂਝੀ ਕਰਨਗੇ। ਗੁਰੂ ਸਾਹਿਬ ਜੀ ਕਿਰਪਾ ਕਰਨ ਤੇ 2 ਪੰਕਤੀਆਂ ਪੜ੍ਹ ਕਰਕੇ ਆਪਾਂ ਸਮਾਪਤੀ ਕਰੀਏ। ਸਾਰੇ ਪ੍ਰੇਮ ਦੇ ਨਾਲ ਉਚਾਰਨ ਕਰੀਏ। ਜਿਨੀ ਨਾਮ ਤੇ ਆਇਆ ਗੇ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ। ਸ੍ਰੀ ਵਾਹਿਗੁਰੂ 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 ਜੀ। ਤਿਨ ਤਾਪ ਨਿਵਾਰਨਹਾਰਾ, ਦੁਖ ਹੰਤਾ ਸੁਖ ਰਾਸ, ਨਾ ਕੋ ਬਿਘਨ ਨਾ ਕੋ ਲਾਗੈ। ਜਾਂ ਕੀ ਪ੍ਰਭ ਆਗੇ ਅਰਦਾਸ, ਅਰਦਾਸ ਏਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਸਹਾਇ ਵਾਹਿ ਸ੍ਰੀ ਭਗਵਤੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰਮਾਨ ਕਲਈ ਜਾਏ। ਪ੍ਰਗਟ ਹੋਤੇ ਅਮਰਦਾਸ ਰਾਮਦਾਸ ਸਹਿਬੀ ਸਹਾਇ। ਆਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਆਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਬੁਝਾਏ। ਤੇਗ ਬਹਾਦਰ ਸਿਮਰਿਐ, ਘਟ ਹੋਮ ਦਿਆਵੇ ਤਾਏ। ਸਭ ਕਾਈ ਹੋਇ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਕਾਈ ਹੋਇ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਡੀਆਂ ਜੰਮੀਆਂ ਲੰਮੀਆਂ, ਜਿਨ੍ਹਾਂ ਨੇ ਨਾਮ ਜਪਿਆ, ਪੜ੍ਹ ਕੇ ਛਕਿਆ, ਦੇਖ ਜਲਾਈ, ਦੇਖ ਬਾਈ, ਦੇਖਿਆ ਢਿੱਠ ਕੀਤਾ। ਇਹਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿਰਦ ਸੀਸ ਦਿੱਤੇ, ਬੰਦ ਬੰਦ ਕਟਾਏ, ਉਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ, ਧਨ ਹਾਰਿਆਂ ਨਾਲ ਕਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਇਹਨਾਂ ਸਿੰਘਾਂ ਸਿੰਘਣੀਆਂ ਭੁਜੰਗੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਨਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਵਾਹਿਗੁਰੂ। ਨਾਮ ਲਿਖਿਆ ਹੋਇਆ ਨਿਤਿਆਮ ਕਾ ਸਦਕਾ ਸਭ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰਚਿਆ ਰਿਆਇਤ। ਦੇਖ ਦੇਖ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਤਾ ਸਰਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਚੌਕੀਆਂ ਝੰਡੇ ਮੁੰਗੇ ਜੁਗੋ ਜੁਗਿਆ ਟਲ, ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ ਮਤ ਪੱਤ ਦੇ ਰਾਖਿਆ ਵਾਹਿਗੁਰੂ ਜੀਓ। ਇਹ ਅਕਾਲ ਪੁਰਖ
ਆਪਣੇ ਪੰਥ ਦੇ ਸਦਾ ਸਹਾਈ ਦਾ ਦਾਤ ਦਿਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ, ਸੇਵਾ ਸੁਭਾਅ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ, ਮਿਤਾਣਿਆਂ ਦੇ ਦਾਨ, ਵਿਯੋਗੀਆਂ ਦੀ ਓਟ, ਨਿਆਸਰਿਆਂ ਦੇ ਆਸਰੇ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀਆਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਜੀ। ਆਪ ਜੀਆਂ ਦੀ ਮਹਾਨ ਕਿਰਪਾ ਬਖਸ਼ਿਸ਼ ਹੋਈ, ਅੰਮ੍ਰਿਤ ਵੇਲੇ ਆਪ ਜੀਆਂ ਦੇ ਪ੍ਰਕਾਸ਼ ਦੀ ਸੇਵਾ ਹੋਈ, ਅੰਮ੍ਰਿਤ ਬਾਣੀ ਦੇ ਨਿਤਨੇਮ ਹੋਏ। ਉਪਰੰਤ ਆਪ ਜੀਆਂ ਦੀ ਮਹਾਨ ਕਿਰਪਾ ਸਦਕਾ ਕਈ ਰੋਜ਼ ਤੋਂ ਗੁਰਮੁਖ ਪਿਆਰਿਆਂ ਵੱਲੋਂ, ਮਹਾਂਪੁਰਸ਼ਾਂ ਵੱਲੋਂ ਉਪਰਾਲਾ ਕਰਕੇ ਸਤਿਗੁਰਾਂ ਦੀ ਪਾਵਨ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਬੋਧ ਅਰਥ ਬੋਧ ਦੀ ਕਥਾ ਵਿਆਖਿਆ ਚੱਲ ਰਹੀ ਸੀ। ਅੱਜ ਸਮਾਪਤੀ ਹੋਈ ਹੈ। ਸਤਿਗੁਰੂ ਮਹਾਰਾਜ ਜੀਓ ਆਪ ਜੀਆਂ ਦੇ ਗੁਰਮੁਖ ਪਿਆਰਿਆਂ ਤੋਂ ਸਮੁੱਚੀ ਸੇਵਾ ਕਰਦਿਆਂ, ਕਥਾ ਬੋਧ ਤੇ ਪਾਠ ਕਰਦਿਆਂ ਸਮੂਹ ਸੰਗਤਾਂ ਨੂੰ ਮਹਾਰਾਜ ਜੀਓ ਗੁਰਬਾਣੀ ਦੀ ਸੰਗਤਾਂ ਕਰਾਉਂਦਿਆਂ ਮਹਾਰਾਜ ਜੀਓ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਹਨ। ਕਿਰਪਾ ਕਰਨੀ ਮਹਾਰਾਜ ਜੀਓ, ਬਖਸ਼ ਦੇਣਾ। ਅੱਗੇ ਤੋਂ ਸਮੱਤ ਬਖਸ਼ਿਸ਼ ਕਰਨੀ, ਗੁਰਮੁਖ ਪਿਆਰਿਆਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਜੀ। ਇਸੇ ਤਰ੍ਹਾਂ ਸੰਗਤਾਂ ਦੀ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ, ਬੇਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਮਹਾਰਾਜ ਜੀਓ। ਆਪ ਜੀਆਂ ਦੇ ਦਰ ਕਰਦੇ ਸੇਵਕ ਬੀਬੀ ਪ੍ਰਭ ਜੋਤ ਕੌਰ ਜੀ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ। ਕੜਾਹ ਪ੍ਰਸਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਮਹਾਰਾਜ ਜੀਓ। ਆਪ ਦੀ ਭੋਗ ਲਾਵੋ, ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਜੋ ਜੀ ਸਕੇ ਆਪ ਜੀਆਂ ਦਾ ਨਾਮ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ। ਪਾਵਨ ਹੁਕਮਨਾਮੇ ਬਖਸ਼ ਕੇ ਆਈਆਂ ਸੰਗਤਾਂ ਨੂੰ ਨਿਹਾਲ ਕਰੋ ਜੀ। ਸਹੀ ਪਿਆਰੇ ਫੇਰ ਜਿਨ੍ਹਾਂ ਮਿਲਿਆ ਤੇਰਾ ਨਾਮ ਜਤਾਵੇ, ਨਾਨਕ ਨਾਮ ਚੜ੍ਹਦੀ ਕਲਾ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਰਾ ਆਗਿਆ ਭਈ ਅਕਾਲ ਕੀ, ਤਬੀ ਤਰਾਇਓ ਸਭ ਸਿੰਘਾਂ ਕੋ ਹੁਕਮ ਹੈ। ਗੁਰੂ ਮਾਨਿਓ
बोले
ਵਾਹਿਗੁਰੂ